ਫਤਿਹ। ਭਗਤ ਵਸ਼ਲ ਅਨਾਥਾਂ ਦੇ ਨਾਥ, ਸਰਬ ਤੂੰ ਜਹਾਨਾਂ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਕੇ ਪ੍ਰੇਮ ਦੇ ਵਿੱਚ ਰੰਗੇ ਸਤਸੰਗੀ ਜਨੋ, ਸਤਿਗੁਰੂ ਕੀ ਅਪਾਰ ਰਹਿਮਤ ਬਖਸ਼ੀ ਸਦਕਾ ਦਾਤਾਰ ਪਿਤਾ ਦੇ ਮੁਬਾਰਕ ਚਰਨਾਂ ਦੇ ਵਿੱਚ ਸਤਿਗੁਰੂ ਨੇ ਆਪ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਬੈਠਣ ਦਾ ਇਸ ਪਾਕ ਸਮਾਂ ਪ੍ਰਾਪਤ ਕਰਵਾਇਆ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਕੀ ਇਲਾਹੀ ਬਾਣੀ ਗੁਰੂ ਕੇ ਸਿਮਰਨ ਦੇ ਨਾਲ ਆਪ ਸੰਗਤ ਜੁੜ ਬੈਠੇ ਹੋ। ਉਪਰੰਤ ਆਪ ਸਾਧ ਸੰਗਤ ਨੇ ਇਕਾਗਰ ਚਿਤ ਹੋ ਕਰਕੇ ਜੋ ਅੰਮ੍ਰਿਤ ਵੇਲੇ ਗੁਰਦੇਵ ਨੇ ਪਾਵਨ ਮੁਖ ਵਾਕ ਸਾਡੇ ਜੀਵਾਂ ਦੇ ਉਦਾਰ ਵਾਸਤੇ ਭਲੇ ਲਈ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਬਚਨ ਨੂੰ ਆਪ ਜੀਆਂ ਨੇ ਸਰਵਣ ਕੀਤਾ। ਆਓ ਜਿੰਨੇ ਵੀ ਸਰੀਰ ਗੁਰੂ ਕੇ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ, ਸਤਿਗੁਰੂ ਕੇ ਚਰਨਾਂ ਦਾ ਧਿਆਨ ਕਰੀਏ, ਕਿਉਂਕਿ ਗੁਰੂ ਕੇ ਘਰ ਦੇ ਵਿੱਚ ਇਹ ਰਹਿਮਤ ਹੈ। ਪੂਰੇ ਗੁਰ ਮੇਟਿਓ ਪਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਗੁਰੂ ਆਪਣੇ ਸੇਵਕਾਂ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦਿੰਦੇ ਤੇ ਪ੍ਰੇਮ ਭਗਤੀ ਦੇ ਵਿੱਚ ਜਿਹੜੇ ਜੀਵ ਭਿੱਜ ਜਾਂਦੇ ਨੇ ਉਹ ਪ੍ਰਮਾਤਮਾ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਨੇ। ਜਿਹਨੂੰ ਰੋਜ਼ਾਨਾ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਪਏ ਹਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਨ੍ਹਾਂ ਦੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ, ਗੁਰੂ ਆਪਣੇ ਗਿਆਨ ਦਾ ਚਾਨਣ ਜਿਨ੍ਹਾਂ ਨੂੰ ਬਖਸ਼ ਦਿੰਦਾ, ਉਹ ਗੁਰੂ ਕੇ ਕੋਲ ਪਹੁੰਚ ਜਾਂਦੇ ਨੇ। ਔਰ ਸਤਿਗੁਰੂ ਨੇ ਸਭ ਤੋਂ ਵੱਡੀ ਦਾਤ ਇਹੀ ਗੁਰਸਿੱਖ ਨੂੰ ਬਖਸ਼ੀ ਕਿ ਗੁਰੂ ਕਾ ਸਿੱਖ ਆਪਣੀ ਸੁਰਤੀ ਕਰਕੇ ਸਤਿਗੁਰੂ ਕੇ ਬਿਲਕੁਲ ਨਜ਼ਦੀਕ ਵਰਤਦਾ ਹੈ। ਆਓ ਆਪਣੇ ਚਿੱਤ ਨੂੰ ਗੁਰੂ ਕੇ ਚਰਨਾਂ ਨਾਲ ਜੋੜੀਏ ਔਰ ਰਸਨਾ ਦੀ ਪਵਿੱਤਰ ਲਈ ਸਤਿਗੁਰਾਂ ਪਾਸੋਂ ਅਸੀਸ ਲੈਣ ਵਾਸਤੇ ਸਾਰੀ ਸੰਗਤ ਬਖਸ਼ੋ ਅਸੀਸ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕੀ ਇਲਾਹੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਸਤਿਗੁਰੂ ਬਾਰ-ਬਾਰ ਸਾਨੂੰ ਕੁਝ ਗੱਲਾਂ ਤੋਂ ਸੁਚੇਤ ਕਰਦੇ ਨੇ। ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਆਪਣੇ ਮਨ ਨੂੰ ਹਮੇਸ਼ਾ ਹੀ ਸੁਚੇਤ ਰੱਖ ਕੇ ਗੁਰੂ ਕੇ ਚਰਨਾਂ 'ਚ ਬੈਠ। ਜਦੋਂ ਤੂੰ ਗੁਰੂ ਕੇ ਚਰਨਾਂ 'ਚ ਬੈਠੇ, ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇੱਕ ਤੇ ਤੇਰਾ ਮਨ ਬਾਹਰੀ ਵਾਸ਼ਨਾਵਾਂ ਤੋਂ, ਬਾਹਰੀ ਚਿੰਤਾਵਾਂ ਝੋਰਿਆਂ ਤੋਂ ਖਤਮ ਹੋ ਕੇ ਇਕਾਗਰ ਹੋ ਜੇ। ਸਾਵਧਾਨ ਆਪਣੇ ਗੁਰੂ ਤੋਂ ਹੋ ਕਿ ਆਪਣੇ ਗੁਰੂ ਕੇ ਪ੍ਰਤੀ ਹਮੇਸ਼ਾ ਹੀ ਤੂੰ ਸਾਵਧਾਨ ਵਰਤ ਔਰ ਨਾਲ ਹੀ ਆਪਣੇ ਚਿੱਤ ਨੂੰ ਗੁਰੂ ਕੇ ਚਰਨਾਂ ਦੇ ਨਾਲ ਜੋੜੀ ਰੱਖ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਸੀਂ ਇਲਾਹੀ ਬਾਣੀ ਪੜ੍ਹਦੇ ਹਾਂ, ਮਹਾਰਾਜ ਕਿੰਨੇ ਊਡੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਇੱਕ ਕੂੰਜ ਦੀ, ਇੱਕ ਪੰਛੀ ਦੀ ਉਦਾਹਰਨ ਦੇ ਕੇ ਸਤਿਗੁਰੂ ਕਹਿੰਦੇ ਨੇ ਕਿ ਇੱਕ ਪੰਛੀ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ ਦੂਰ ਛੱਡ ਕੇ ਆਉਂਦਾ ਪਿਆ, ਪਰ ਉਹ ਦੂਰ ਛੱਡ ਕੇ ਵੀ ਜਦੋਂ ਕੁਝ ਖਾਣ ਲੱਗਦਾ, ਜਦੋਂ ਆਪਣੀ ਜ਼ੁਬਾਨ ਤੇ ਕੁਝ ਰੱਖਦਾ, ਆਪਣੇ ਚੇਤੇ ਦੇ ਵਿੱਚ ਉਸ ਦਾ ਤਾਰ ਆਪਣੇ ਬੱਚਿਆਂ ਨੂੰ ਲੈ ਕੇ ਆਉਂਦਾ। ਤੇ ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ, ਜਦੋਂ ਉਹ ਪੰਛੀ ਆਪਣੀ ਜ਼ੁਬਾਨ ਤੇ ਕੁਝ ਰੱਖ ਕੇ ਆਪਣੇ ਬੱਚਿਆਂ ਨੂੰ ਚੇਤੇ ਕਰਦਾ ਤੇ ਉਹਦਾ ਖਾਧਾ ਹੋਇਆ ਭੋਜਨ ਤਾਕਤ ਉਹਦੇ ਬੱਚਿਆਂ ਨੂੰ ਬਖਸ਼ਦਾ ਪਿਆ। ਤੇ ਜਦੋਂ ਤੂੰ ਕੋਈ ਦਾਤ ਨੂੰ ਪ੍ਰਾਪਤ ਕਰੇ, ਜਦੋਂ ਤੈਨੂੰ ਕੁਝ ਮਿਲਦਾ ਹੈ, ਉਦੋਂ ਤੂੰ ਗੁਰੂ ਨੂੰ ਚੇਤੇ ਕਰ। ਜਦੋਂ ਉਹਨੂੰ ਚੇਤੇ ਕਰੇਗਾ, ਦੇਖੀ ਫਿਰ ਇਸ ਸਿਮਰਨ ਦੀ ਦਾਤ ਦੇ ਨਾਲ, ਨਾਮ ਦੀ ਮਿਹਰ ਦੇ ਨਾਲ ਇੱਕ ਦਿਨ ਤੇਰੇ ਅੰਦਰ ਵੀ ਉਹ ਰੱਬੀ ਗੁਣ ਜਿਹੜੇ ਨੇ ਉਹ ਪ੍ਰਗਟ ਹੋ ਜਾਣਗੇ। ਕਿਉਂਕਿ ਪਾਵਨ ਬਚਨ ਜਿਹੜਾ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਕਿ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ।
ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਸਾਰੇ ਤਰ੍ਹਾਂ ਦੇ ਡਰ ਭੈ ਜਿਹੜੇ ਨੇ ਉਹ ਲੱਥ ਜਾਂਦੇ ਨੇ, ਦੁੱਖ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਤੇ ਪਰਮਾਤਮਾ ਦੇ ਘਰੋਂ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਆਪਣੇ ਵਿਚਾਰ ਦਾ ਆਧਾਰ ਅਸੀਂ ਇਹੀ ਬਣਾਈਏ ਕਿ ਗੁਰੂ ਕੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਗੁਰੂ ਕਿਵੇਂ ਸਾਡੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ। ਅਸਲ ਦੇ ਵਿੱਚ ਮਨੁੱਖ ਜਦੋਂ ਆਪਣੇ ਜੀਵਨ ਦੇ ਵਿੱਚ ਚੱਲਦਾ ਹੈ, ਉਹ ਨਿੱਕੇ ਨਿੱਕੀਆਂ ਗੱਲਾਂ ਨੂੰ ਵੀ ਆਪਣਾ ਦੁੱਖ ਸਮਝ ਕੇ ਬਣਾ ਕੇ ਬੈਠਾ ਹੈ। ਪਰ ਕੋਈ ਆਪਣੇ ਤਨ ਦੇ ਦੁੱਖ ਨੂੰ ਦੁੱਖ ਸਮਝ ਕੇ ਬੈਠਾ ਹੈ, ਕੋਈ ਕਿਸੇ ਦੇ ਸੁੱਖ ਨੂੰ ਆਪਣਾ ਦੁੱਖ ਸਮਝ ਕੇ ਬੈਠਾ ਹੈ। ਪਰ ਸਤਿਗੁਰੂ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਹੈ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਕੀ ਭੂਲੇ ਦਾਰੂ ਲਾਏ। ਮਹਾਰਾਜ ਨੇ ਇਹ 4 ਤਰ੍ਹਾਂ ਦੇ ਦੁੱਖ ਮੰਨੇ ਜੀ। ਸਤਿਗੁਰੂ ਕਹਿੰਦੇ ਨੇ, ਇਹ ਜੀਵਨ ਦੇ ਵਿੱਚ ਦੁੱਖ ਔਰ ਸੁੱਖ ਜਿਹੜੇ ਨੇ ਇਹ ਜੀਵਨ ਦੇ ਵਿੱਚ ਆਉਣਗੇ, ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਹਾਂ, ਇਹਨਾਂ ਨੂੰ ਸਹਿਣ ਦੀ ਸ਼ਕਤੀ ਜਿਹੜੀ ਹੈ, ਇਹਨਾਂ ਨੂੰ ਮਾਨਣ ਦੀ ਤਾਕਤ ਜਿਹੜੀ ਹੈ ਉਹ ਗੁਰੂ ਬਖਸ਼ਦਾ ਹੈ। ਪਿਛਲੇ ਦਿਨੀ ਬੇਨਤੀ ਕੀਤੀ ਸੀ, ਅਸੀਂ ਹਮੇਸ਼ਾ ਜਦੋਂ ਵੀ ਗੁਰੂ ਕੋਲੋਂ ਅਰਦਾਸ ਕਰਦੇ ਹਾਂ, ਜੋ ਕੋਈ ਵੀ ਆਪਣੀ ਝੋਲੀ ਅੜਦਾ, ਇੱਕੋ ਅਰਦਾਸ ਅਸੀਂ ਕਰਦੇ ਹਾਂ, ਮਹਾਰਾਜ ਕਿਰਪਾ ਕਰੋ ਕਿ ਸਾਡੀ ਝੋਲੀ 'ਚ ਸੁੱਖਾਂ ਦੀ ਦਾਤ ਪਾਓ। ਕੋਈ ਇਹ ਸੋਚ ਕੇ ਬੈਠਾ ਹੈ ਕਿ ਘਰ-ਬਾਰ ਚੰਗਾ ਹੋਵੇ, ਇਹ ਅਸਲੀ ਸੁੱਖ ਹੈ। ਕੋਈ ਮਾਇਆ ਨੂੰ ਅਸਲੀ ਸੁੱਖ ਬਣਾ ਕੇ ਬੈਠਾ ਹੈ, ਕੋਈ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਨੂੰ ਅਸਲੀ ਸੁੱਖ ਮੰਨ ਕੇ ਬੈਠਾ ਪਿਆ। ਪਰ ਮਹਾਰਾਜ ਕਹਿੰਦੇ, ਇਹਦੇ ਤੋਂ ਉੱਪਰ ਦੀ ਵੀ ਕੋਈ ਬਾਤ ਹੈ ਜਿਹਨੂੰ ਸਤਿਗੁਰੂ ਬਖਸ਼ਿਸ਼ ਕਰਦੇ ਪਏ ਨੇ। ਇਸ ਗੱਲ ਦੀ ਸੋਝੀ ਆ ਜਾਂਦੀ ਹੈ, ਉਹ ਆਪ ਹੀ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ। ਕਿਉਂਕਿ ਮਹਾਰਾਜ ਕਹਿੰਦੇ, ਸੁਖ ਨਾਹੀ ਰੇ ਹਰ ਭਗਤ ਬਿਨਾ, ਪ੍ਰਭੂ ਪਰਮਾਤਮਾ ਦੀ ਭਗਤੀ ਤੋਂ ਬਿਨਾ ਸੁੱਖ ਨਹੀਂ ਮਿਲ ਸਕਦਾ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਕਿ ਵੇਖੋ, ਇਸ ਸੰਸਾਰ ਦੇ ਵਿੱਚ ਦੁੱਖ ਔਰ ਸੁੱਖ ਜਿਹੜੇ ਨੇ ਇਹ ਕੱਪੜਿਆਂ ਦੀ ਤਰ੍ਹਾਂ ਨੇ। ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ, ਕਦੇ ਸੁੱਖ ਆਉਣਗੇ ਜ਼ਿੰਦਗੀ ਦੇ ਵਿੱਚ ਔਰ ਕਦੇ ਦੁੱਖ ਆਉਣਗੇ। ਪਰ ਮਹਾਰਾਜ ਕਹਿੰਦੇ ਨੇ, ਵੇਖ ਇਹਨਾਂ ਦੋਨਾਂ ਦਾ ਹੀ ਕੋਈ ਨਾ ਕੋਈ ਆਨੰਦ ਸੰਸਾਰ ਦੇ ਵਿੱਚ ਸਾਨੂੰ ਮਿਲਦਾ ਹੈ। ਜਿਵੇਂ ਮਹਾਰਾਜ ਉਦਾਹਰਨ ਦੇ ਕੇ ਸਾਨੂੰ ਬਖਸ਼ਿਸ਼ ਕਰਦੇ ਨੇ। ਹੁਣ ਕੋਈ ਮਨੁੱਖ ਠੰਡੀ ਇਲਾਕੇ ਦੇ ਵਿੱਚ ਚਲਾ ਜਾਵੇ, ਹੁਣ ਉੱਥੇ ਜਾ ਕੇ ਉਹ ਗਰਮ ਕੱਪੜੇ ਪਹਿਨੇਗਾ। ਹੁਣ ਉਹ ਗਰਮ ਜਿਹੜੇ ਕੱਪੜੇ ਪਹਿਨੇਗਾ, ਉਹਦੇ ਵਾਸਤੇ ਉਹ ਸੁੱਖ ਦਾ ਸਾਧਨ ਬਣ ਗਏ। ਪਰ ਮਹਾਰਾਜ ਕਹਿੰਦੇ, ਕਈ ਵਾਰ ਸਮਾਂ ਪਾ ਕੇ ਜਿਹੜੇ ਅੱਜ ਸੁੱਖ ਦਾ ਸਾਧਨ ਬਣੇ ਨੇ, ਕੱਲ ਨੂੰ ਉਹ ਦੁੱਖ ਦਾ ਕਾਰਨ ਵੀ ਬਣ ਜਾਂਦੇ ਨੇ। ਜਿਸ ਤਰ੍ਹਾਂ ਅੱਜ ਉਹ ਗਰਮ ਕੱਪੜੇ ਪਹਿਨੇ ਨੇ ਠੰਡੇ ਇਲਾਕੇ ਦੇ ਵਿੱਚ, ਕੱਲ ਨੂੰ ਮੌਸਮ ਨੇ ਤਬਦੀਲੀ ਕੀਤੀ, ਅੱਜ ਉੱਥੇ ਕੜਕਦੀਆਂ ਧੁੱਪਾਂ ਲੱਗਦੀਆਂ ਪਈਆਂ। ਹੁਣ ਜੇ ਉਹੀ ਮਨੁੱਖ ਉਹਨਾਂ ਗਰਮ ਕੱਪੜਿਆਂ ਨੂੰ ਗਰਮੀ ਦੇ ਵਿੱਚ ਪਹਿਨੇਗਾ, ਜਿਹੜੇ ਕੁਝ ਸਮਾਂ ਪਹਿਲੇ ਸੁੱਖ ਦਾ ਸਾਧਨ ਸਨ, ਉਹੀ ਕੱਪੜੇ ਹੁਣ ਦੁੱਖ ਦਾ ਕਾਰਨ ਬਣ ਜਾਣਗੇ। ਉਹ ਗਰਮੀ ਦੇ ਵਿੱਚ ਨਹੀਂ ਪਹਿਨ ਸਕਦਾ। ਇਸੇ ਤਰ੍ਹਾਂ ਗਰਮੀ ਵਾਲੇ ਕੱਪੜੇ ਜਿਹੜੇ ਨੇ ਉਹ ਮਨੁੱਖ ਸਰਦੀ ਦੇ ਵਿੱਚ ਨਹੀਂ ਪਹਿਨ ਸਕਦਾ। ਮਰ ਕਿਨੇ ਹਾਲਾਤ ਦੇ ਮੁਤਾਬਕ ਜ਼ਿੰਦਗੀ ਦੇ ਵਿੱਚ ਇਹ ਜੀਵਨ ਚੱਲੇਗਾ ਤੇ ਇਹ ਦੁੱਖ ਔਰ ਸੁੱਖ ਆਉਂਦੇ ਰਹਿਣਗੇ। ਪਰ ਸਤਿਗੁਰੂ ਕਹਿੰਦੇ ਪਏ ਨੇ, ਇਸ ਗੱਲ ਨੂੰ ਅਸੀਂ ਆਪਣੇ ਚੇਤੇ ਦੇ ਵਿੱਚ ਰੱਖੀਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਹਿਲਾ ਬਚਨ ਹੀ ਸ੍ਰੀ ਰਾਗ ਦੇ ਅੰਦਰ ਪੜ੍ਹੋ। ਸਤਿਗੁਰੂ ਨੇ ਕਿੰਨਾ ਕੁਝ ਸਾਨੂੰ ਬਖਸ਼ਿਆ। ਮਹਾਰਾਜ ਕਹਿੰਦੇ, ਗੁਰੂ ਤੇਰੇ ਤੇ ਮਿਹਰ ਕਰੇ, ਤੇਰਾ ਰਾਜ ਭਾਗ ਵੀ ਚੰਗਾ ਹੋਵੇ, ਤੇਰਾ ਘਰ-ਬਾਰ ਵੀ ਚੰਗਾ ਹੋਵੇ, ਤੇਰੇ ਪਦਾਰਥ ਵੀ ਚੰਗੇ ਹੋਣ ਤੇ ਤੇਰੀ ਭਗਤੀ ਦੇ ਵਿੱਚ ਵੀ ਗੁਰੂ ਕਿਰਪਾ ਕਰੇ। ਅਸਲ ਦੇ ਵਿੱਚ ਮਨੁੱਖ ਨੇ ਜਿਹੜੇ ਸੁੱਖ ਆਪਣੇ ਮੰਨੇ ਨੇ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਘਰ ਦਾ ਸੁੱਖ, ਜਿਹਨੂੰ ਮਹਾਰਾਜ ਕਹਿੰਦੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ। ਮਹਾਰਾਜ ਕਹਿੰਦੇ, ਦੇਖ ਗੁਰੂ ਤੇਰੇ ਤੇ ਮਿਹਰ ਕਰੇ, ਜਿਸ ਘਰ ਦੇ ਵਿੱਚ ਤੂੰ ਰਹਿੰਦਾ ਪਿਆ ਉਹ ਘਰ ਮੋਤੀਆਂ ਸੋਨੇ ਹੀਰਿਆਂ ਦਾ ਜੜ ਜਾਵੇ, ਸਾਰੇ ਲੋਕ ਤੇਰੀ ਜੈ ਜੈਕਾਰ ਕਰਦੇ ਫਿਰਨ। ਪਰ ਮਹਾਰਾਜ ਨੇ ਉੱਥੇ ਨਾਲ ਹੀ ਇਹ ਬਚਨ ਕਹਿ ਦਿੱਤਾ ਕਿ ਜਿੱਥੇ ਇੰਨਾ ਕੁਝ ਗੁਰੂ ਤੈਨੂੰ ਬਖਸ਼ਦਾ ਪਿਆ, ਪਰ ਵੇਖੀ ਜੇ ਲੈ ਕੇ ਤੈਨੂੰ ਰੱਬ ਭੁੱਲਦਾ ਪਿਆ ਤੇ ਫਿਰ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਜੇ ਇੰਨਾ ਕੁਝ ਲੈ ਕੇ ਤੈਨੂੰ ਗੁਰੂ ਭੁੱਲਦਾ ਪਿਆ, ਅਸਲ ਦੇ ਵਿੱਚ ਮਨੁੱਖ ਜਿਹੜਾ ਉਹ ਜ਼ਿਆਦਾਤਰ ਆਪਣੀ ਦਾਤ ਨੂੰ ਲੈਂਦਾ ਹੈ,
पर गुरमुख जिहड़ा वो दातां देण वाले नूं लैंदा है। उत्थे महाराज ने जिथे ये गल आखी नाल कहने हर बिन जियो जल बल जाओ, मैं अपना गुर पूछ देखिया अवर नाही थाओ। और जिथे घर दा सुख, फिर उस तो अगां महाराज कहने हुण एक परिवार इस्त्री दा सुख है। उत्थे कहने मोहनी ता मुख मणि सोहै करे रंग पसाओ। महाराज कहने दूसरा ये है, पर उत्थे भी सतगुरु नाल ही कहंदे पए ने कि जे इहदे परिवार दे विच रह के भी जे तैनूं रब भुलदा पिया ते फिर देखी इन्हां वल भी तू अपने ध्यान नूं ना करी। तीसरा बचन सतगुरु कहंदे ने कि हुण वेख घर दे विच जे घर भी तैनूं चंगा मिल गया, फिर घर दे विच रहण वाले जी तैनूं मिलदे पए ने ते तीसरा सतगुरु कहंदे ने तैनूं राज भाग सत्ता मिल जावे। उथे सुल्तान होवा मेल लश्कर तख्त राखा पाओ। महाराज कहने तू राजा होवे सुल्तान होवे, तेरी संगत सुल्ताना वाली होवे, तख्त ते तू पैर रख के हुक्म देंदा फिरे लोकां नूं। पर जे इस तख्त दे उपर बैठ के जे राज दा सुख मान के भी तैनूं रब भुलदा पिया ते चेते रखी ये जेड़े तैनूं अज सुख व्यापदे पए ने ये भी तेरे वास्ते दुख दा कारण बन गए। फिर सतगुरु सच्चे पातशाह अगे ईश्वरी सुख जेड़ा जी महाराज कहने देख सिद्ध होवा सिद्ध रिद लाई, सिद्ध होवा सिद्ध आखा रिद आखा आओ, गुप्त प्रगट होए बैसा लोक राखै पाओ। महाराज कहने देख सिद्ध भी बन जावे, ताकतां तेरे कोल आ जान, कदे तू प्रगट हो जे कदे तू गुप्त हो के वरतना शुरू कर दे, पर इन्नियां करामातां लै करके भी जे तैनूं रब भुलदा पिया ते महाराज कहने मत देख भूला विसरै तेरा चित ना आवे। मत इन्हां नूं देख जे तेरे दुख दा ये कारण बनदे पए ने। ते सतगुरु सच्चे पातशाह जी ने ते इथों तक बचन कीते, कहन लगे जदों भी मनुख सुख वास्ते अरदास करदा है ते महाराज कहने जिथे सुख वास्ते अरदास करने उत्थे दुख पाउण वास्ते भी तू तैयारी रख, क्योंकि इहदे विचों किते ना किते हुण दुख जरूर पैदा होएगा। तू गुरु के चरनां दे विच अरदास कर। ते विद्वान पुरख ते कहने तीन गल्लां नूं मनुख हमेशा अपने चेते च रखे। पहला, जे कुछ तैनूं मिलदा है ते गुरु के चरनां च शुकर दी अरदास कर। जे नहीं मिलदा तां भी गुरु के चरनां च उहनूं पाउण वास्ते जे अरदास कर, ते जे फिर भी प्राप्त नहीं हुंदा ते गुरु के भाणे च चलण दी अरदास कर। जे तैनूं मिल जावे उहनूं चेते कर, उस दातार नूं चेते कर कि ये देंदा पिया ते विद्वान पुरखां ने एक उदाहरण भी दित्ती जी। वो कहण लगे मनमुख ते गुरमुख च फर्क की है। मनमुख हमेशा दात नूं ही चंगा समझदा है, पर गुरमुख जिहड़ा है वो दातां देण वाले नूं चंगा समझदा है। मनमुख दा जिथे बाणी दे विच तुसी जिक्र सुनोगे, सतगुरु सच्चे पातशाह जी कदे ओदी तशबीह एक मनमुख दी कदे बगले दे नाल देणगे, कदे ਕਾਂ दे नाल देणगे, उन्हां दे नाल देणगे जिहड़े सचमुच चलाकी दा प्रतीक ने ते दूजे दे हक्कां नूं मारन वास्ते तैयार बैठे ने। पर जदों गुरु की बाणी च गुरमुख दा जिक्र सुनोगे, गुरमुख हमेशा ही उन्हां दे नाल ओदी तशबीह दित्ती गई है जिहड़े गुणां दे धारनी ने, जिन्हां दे जीवन दे विच कुछ असूल ने जिहड़े असूलां दे मुताबिक चलदे पए ने। और उस विद्वान पुरख ने आख्या, कहन लगे मनमुख बंदा एक कुत्ते दी तरह है। जिस तरह उन्होंने कोई सोटा मारे ते कुत्ता उस सोटे नूं मूंह दे विच पा के बैठ जांदा है, कहन लगे मनमुख भी इसे तरह है। जदों उन्होंने कुछ मिलदा है वो दात नूं ही मूंह च पा के तुरिया फिरदा है। वो ये नहीं देखदा कि ये दात दित्ती किन्ने। पर दूजे पासे उदाहरण दित्ती शेर दी। कहन लगे हुण शेर नूं कोई गोली क्यों ना मार दवे, शेर ये नहीं देखदा कि मेरे गोली वजी होए, देखदा कि गोली मारी किन्ने है। गुरमुख जिहड़ा जदों उहनूं कुछ मिलदा है वो ये नहीं देखदा कि मैनूं आ मिल गया, वो ये देखदा कि इस दात देण वाले दे पिछे हथ किहदे ने, मैनूं दात देंदा कौन पिया है। ते सतगुरु सच्चे पातशाह जी ने जिहड़ी आरंभ दे विच बेनती कीती, गुरु नानक देव महाराज ने असल दे विच मनुख दे जीवन दीयां कुछ कमजोरियां ने। मनुख उस गल्लां नूं चेते रख के बैठा है जिहड़ियां गल्लां उहदे काम नहीं आउणियां, पर उहनूं भुला के बैठा जिहड़ा इहदे नाल निभेगा। सतगुरु सच्चे पातशाह किरपा करदे ने
कहने लगे खाना पीना हसना सौना विसर गया है मरना। जिन्हों असी दुख समझ के बैठे पे हैं, महाराज ने मौत विछोड़े नूं भी एक दुख मन्निया है। महाराज कहते ने मनुख नूं खाण दा चेता है, उन्होंने पता है कि जदों भुख लगी मैं उदों खाना है। उन्होंने पीण दा भी पता है, उन्होंने हसन दा भी पता है, उन्होंने सौण दा भी पता है, पर जिस गल नूं उन्हें चेते रखना सी उन्होंने वो भुला के बैठा पिया है। मौत नूं नहीं वो चेते दे विच रखदा पिया। ते सतगुरु महाराज कहने जिस मौत नूं तू अज भुला के बैठा है, चेते रखी खसम विसार खुआरी कीनी त्रिग जी मन नहीं रहना। खसम नूं विसार के किन्ना क चिर तू बैठा रहेगा। ते एक महापुरख दे कोल एक गया जी राजा, उन्हें जाके बेनती कीती, कहन लगे मेरे ते किरपा करके दसो मेरा भला किवें होवे। ते उन्हां यही गल आखी, कहन लगे भावें राज मान भावें जो मर्जी ऐशो आराम मान, पर चेते रखी जे चित दे विच परमात्मा दा नाम नहीं ते ये भी तेरे वास्ते दुख दा कारण बन गए। महाराज ने उत्थे बख्शिश कीती जी बाणी दे विच, जिथे महाराज कहंदे ने कि दुनिया दे राज भाग सुख तू मान, उत्थे नाल ये भी कह दिता कि जे रब नूं भुलाउंदे ने ते इन्हां दे अगे भी हाथ जोड़ के खलो जा। सतगुरु सच्चे पातशाह जी दे उत्थे बचन करदे ने, कहन लगे इनू भुला के बैठा है ते करे की। महाराज कहने प्राणी एको नाम ते आवो अपनी पत सेती कर जाओ। अपनी इज्जत दे नाल अपने घरे वापस परत परमात्मा दे नाम नूं चेते करके। महाराज कहने प्रभ की शरण सगल पै लाथे दुख बिन से सुख पाया। प्रभु परमात्मा दी शरण दे विच पै करके मनुख दे दुख जेड़े ने, हुण जेड़े दुख विछोड़ा एक दुख फूक, सब तो वड्डा दुख महाराज कहने विछोड़े दा है, मौत दा डर। ते देखो कोई सज्जन बेली मित्र ने घरे आउणा होवे, हो सकदा है अपने दिते समय तो वो कुछ मिनट लेट हो जाए जां पहले आ जाए, पर मौत इदां दी सज्जन है, मौत अपना टाइम नहीं खंजाउंदी। उन्हें जदों आउणा उन्हें आ ही जाना है। ते एक दृष्टांत भी आउंदा जी, एक महापुरख दे नाल एक सेवादार रहिंदा सी। उन्हें महापुरखां दी चाकरी करनी, सेवा करनी। आखिर सवेर दा समा ते ओ जंगल च तुरिया जावे ते ओदे सामने जेड़ा जम सी ओ आण खलोता। उस फरिश्ते ने अगे आके कह दिता, कहने लगे देख मैं जिदे कोल आया मैं ओनू अपने नाल लैके जाना है, पर तू एक महापुरख दे नाल रहना है। मैं तेनू भला करन दा, तेनू अपना आप बचाउण दा समा देना शाम तक दा। शाम नू मैं आवांगा, जे ते तू अपना भला करवा लिया तो तेनू बख्शिया जाएगा, नहीं ते फिर भी तू जमा दी मार च पएगा। ओ दौड़ा जी वापस महापुरख दे कोल। ओ कहन लगा जी मैनू ऐदां फरिश्ता टकरिया, मेरा भला कराओ। हुण महापुरख ने रमज दिती, कहन लगे देख भला मैं तेरा किवें करावां। भला ते सिर्फ परमात्मा दा नाम जपण दे नाल ही हो सकदा है। रमज ओनू देती कि परमात्मा दा नाम जप ले बच सकेगा। नाल ये भी कह दिता कि जे होर भला चाहुंदा ते आ घोड़ा लै जा मेरे कोलों। उन्हें क्योंकि कई बार प्यारे नेड़े रह के भी असीं बहुत दूर चले जाते हैं। परमात्मा ने उत्थे कलगीधर पातशाह जी दे कोल भी इदां दा समा आया जी, सतगुरु आनंदपुर दी धरती ते विश्राम करदे पए सन। सिख जेड़े पहरे ते सी, उन्हां नूं पता लगा जी कोल नौटंकी चलदी पई है, नाटक चलदे पए ने, ते कुछ कहिंदे पए ने चलो महाराज ते विश्राम करदे पए ने, असीं नाटक देख आईए। ते जेड़े कुछ ने वो कहंदे नहीं, जे महाराज जाग पे ते साडी शामत आ सकदी। महाराज पुछणगे की जवाब देवांगे। कुछ जेड़े मन्ने वो टिक गए, जेड़े नहीं मन्ने वो उठ के नाटक देखण चले गए। हुण जदों अगली सवेर नूं वापस परते महाराज दा दरबार सजिया, सतगुरु ने उत्थे आवाज दिती, कहण लगे जेड़े ते रात नाटक देखण गए सी उन्हां नूं बुला के लै के आओ। हुण जेड़े उत्थे टिके सी वो बहुत खुश ने कि देखो जी असीं ते सारी रात इत्थे बैठे रहे, हुण जेड़े गए ने उन्हां दी शाम तो जरूर आऊ। वो तमाशा देखण दे ने। वो जदों महाराज ने कोल बुलाया, सतगुरु ने कोल बुला के उन्हां नूं शाबाश दिती। वो कोल खलोते कहण लगे नहीं महाराज ये ओ ने जेड़े रात नाटक देखण तमाशा देखण गए सी, इत्थे असीं सां। महाराज कहंदे इन्हां नूं पुछो उत्थे जाके देख के की आए। उन्हां नूं जदों पुछया कि दसो की वेख के, कहण लगे महाराज वेखना की,
ਘੜੀ ਮੁੜੀ ਤੁਹਾਡਾ ਚੇਤਾ ਆਈ ਜਾਂਦਾ ਸੀ ਕਿ ਜੇ ਕਿਤੇ ਮਹਾਰਾਜ ਉੱਠ ਖਲੋਤੇ ਤੇ ਸਾਡੀ ਖੈਰ ਨਹੀਂ। ਅਸੀਂ ਗਏ ਪਰ ਅਸੀਂ ਵੇਖ ਕੁਝ ਨਹੀਂ ਸਕੇ, ਚੇਤਾ ਤੇ ਤੁਹਾਡੇ ਚਰਨਾਂ 'ਚ ਜੁੜਿਆ ਰਿਹਾ। ਤੇ ਮਹਾਰਾਜ ਕਹਿੰਦੇ ਤੁਸੀਂ ਕੀ ਕੀਤਾ? ਉਹ ਕਹਿੰਦੇ ਨੇ ਮਹਾਰਾਜ ਸਰੀਰ ਤੇ ਭਾਵੇਂ ਸਾਡਾ ਇੱਥੇ ਸੀ, ਪਰ ਚਿੱਤ ਕਹਿੰਦਾ ਸੀ ਪਤਾ ਨਹੀਂ ਨਾਟਕ 'ਚ ਕੀ ਚੱਲਦਾ ਪਿਆ ਹੁਣ। ਜਿਹੜੇ ਸਰੀਰ ਕਰਕੇ ਦੂਰ ਸਨ ਉਹ ਮਨ ਕਰਕੇ ਗੁਰੂ ਦੇ ਨੇੜੇ ਹੋ ਗਏ, ਤੇ ਜਿਹੜੇ ਗੁਰੂ ਕੇ ਆਸਣ ਦੇ ਕੋਲ ਬੈਠੇ ਸਨ ਉਹ ਮਨ ਕਰਕੇ ਬੜੀ ਦੂਰ ਬਹਿ ਗਏ ਜਾ ਕੇ। ਉਸ ਅੰਦਰ ਖੇਡ ਵਰਤੀ ਜੀ ਇਦਾਂ ਦੀ। ਉਹ ਘੋੜਾ ਫੜਿਆ ਤੇ ਉਹਨੇ ਘੋੜੇ ਨੂੰ ਅੱਡੀ ਲਾਈ, ਦੌੜ ਪਿਆ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹ ਖਲੋਤਾ ਨਾ। ਇੱਕ ਬਾਗ 'ਚ ਜਾ ਕੇ ਉਹਨੇ ਘੋੜੇ ਨੂੰ ਰੋਕਿਆ। ਘੋੜੇ ਦਾ ਕਹਿੰਦਾ ਭਾਈ ਤੇਰਾ ਧੰਨਵਾਦ, ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੇਰੇ ਨਾਲ ਦੌੜਾ ਭੱਜਾ ਆਇਆ, ਰਾਹ 'ਚ ਕਿਤੇ ਨਾ ਕੁਝ ਖਾਦਾ ਨਾ ਕੁਝ ਪੀਤਾ। ਤੇ ਜਦੋਂ ਉਹਨੇ ਇਹ ਗੱਲ ਆਖੀ, ਮੌਤ ਦੇ ਫਰਿਸ਼ਤੇ ਨੇ ਉਹਦੇ ਮੋਢੇ ਤੇ ਹੱਥ ਰੱਖ ਲਿਆ। ਉਹਨੇ ਆਖਿਆ ਚੱਲ ਵੀ ਤੇਰਾ ਸਮਾਂ ਆ ਗਿਆ। ਕਹਿਣ ਲੱਗਾ ਮੇਰਾ ਸਮਾਂ? ਕਹਿਣ ਲੱਗੇ ਹਾਂ, ਮੈਂ ਸਵੇਰੇ ਸੋਚਦਾ ਸਾਂ ਕਿ ਮੌਤ ਤੇ ਤੇਰੀ ਦੂਜੇ ਬਾਗ 'ਚ ਲਿਖੀ ਪਈ ਏ, ਬੈਠਾ ਤੂੰ ਇੰਨੀ ਦੂਰ ਏ, ਉੱਥੋਂ ਤੱਕ ਕਿਵੇਂ ਪਹੁੰਚੇਗਾ? ਕਹਿਣ ਲੱਗੇ ਮੌਤ ਏਦਾਂ ਦੀ ਸੱਜਣ ਏ ਜਿਹੜੀ ਨਾ ਆਪਣਾ ਸਮਾਂ ਘੁੰਝਾਉਂਦੀ ਏ ਤੇ ਨਾ ਆਪਣਾ ਥਾਂ ਹੀ ਛੱਡਦੀ ਏ। ਜਿੱਥੇ ਮੌਤ ਹੋਵੇ ਉਹਨੇ ਉੱਥੇ ਪਹੁੰਚ ਜਾਣਾ ਹੈ। ਸਤਿਗੁਰੂ ਕਹਿੰਦੇ ਦੇਖ ਇਸ ਮੌਤ ਦਾ ਵੱਡਾ ਦੁੱਖ ਏ, ਪਰ ਸਤਿਗੁਰੂ ਕਹਿੰਦੇ ਸਾਰਿਆਂ ਵਾਸਤੇ ਨਹੀਂ, ਉਹਨਾਂ ਵਾਸਤੇ ਜਿਨ੍ਹਾਂ ਦੀ ਤਿਆਰੀ ਕੋਈ ਨਹੀਂ, ਉਹਨਾਂ ਵਾਸਤੇ ਦੁੱਖ ਹੈ। ਪਰ ਜਿਨ੍ਹਾਂ ਦੀ ਤਿਆਰੀ ਹੈ, ਉਹ ਤੇ ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਤੇ ਖੁਸ਼ੀ ਦੇ ਵਿੱਚ ਆ ਕੇ ਕਹਿੰਦੇ ਪਏ ਨੇ ਮੇਰੇ ਮਨ 'ਚ ਚਾਅ ਏ, ਬਸ ਇੱਕੋ ਇੱਕ ਆਸ ਹੈ ਕਿ ਮੈਂ ਮਰਾਂ ਤੇ ਸਿਰਫ ਗੁਰੂ ਦੇ ਘਰ ਅੱਗੇ। ਉਥੇ ਵਚਨ ਕਰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ, ਉਥੇ ਆਨੰਦ ਦੀ ਉਹ ਦਾਤ ਮੰਗਦੇ ਪਏ ਨੇ ਤੇ ਅਰਦਾਸ ਇਹ ਕਰਦੇ ਪਏ ਨੇ ਕਿ ਮरूं ਤਾਂ ਹਰ ਕੈ ਦੁਆਰ। ਉੱਥੇ ਕਹਿੰਦੇ ਨੇ ਮਰਾਂ ਤੇ ਸਿਰਫ ਪਰਮਾਤਮਾ ਦੇ ਘਰ ਦੇ ਅੱਗੇ। ਜਿਸ ਮੌਤ ਤੋਂ ਲੋਕੀ ਡਰਦੇ ਦੌੜਦੇ ਭੱਜਦੇ ਨੇ, ਗੁਰੂ ਕਾ ਸਿੱਖ ਕਹਿੰਦਾ ਸਿਰਫ ਗੁਰੂ ਦਾ ਘਰ ਹੋਵੇ ਤੇ ਮੇਰਾ ਸਿਰ ਉਹਦੇ ਚਰਨਾਂ 'ਚ ਡਿੱਗ ਪਵੇ, ਇਹਦੇ ਤੋਂ ਵੱਡੀ ਚੰਗੇ ਭਾਗ ਦੀ ਕੋਈ ਨਿਸ਼ਾਨੀ ਨਹੀਂ। ਜਦੋਂ ਅਬਦਾਲੀ ਨੇ ਜੀ ਘੇਰਾ ਪਾਇਆ ਸ੍ਰੀ ਹਰਿਮੰਦਰ ਸਾਹਿਬ ਨੂੰ, ਮਾਂ ਆਪਣੇ ਛੋਟੇ ਜਿਹੇ ਭੁਜੰਗੀ ਨੂੰ ਲੈ ਕੇ ਉੱਥੇ ਜਾਂਦੀ ਏ। ਸਿਪਾਹੀ ਕਹਿੰਦੇ ਨੇ ਮਾਰਿਆ ਜਾਏਗਾ, ਮਾਂ ਕਹਿੰਦੀ ਲੈ ਕੇ ਇਸੇ ਕਰਕੇ ਚੱਲੀਆਂ ਕਿ ਗੁਰੂ ਰਾਮਦਾਸ ਦੇ ਘਰ 'ਚ ਕਿਤੇ ਖੂਨ ਦੇ 2 ਛਿੱਟੇ ਇਹਦੇ ਵੀ ਡਿੱਗ ਜਾਣ, ਇਹਦਾ ਵੀ ਜੀਵਨ ਸਫਲ ਹੋ ਜੂ, ਤੂੰ ਮੇਰੀ ਵੀ ਕੁੱਖ ਨੂੰ ਭਾਗ ਲੱਗ ਜਾਣਗੇ। ਕਿੱਡੀ ਦਾਤ ਗੁਰੂ ਨੇ ਬਖਸ਼ੀ ਜੀ। ਔਰ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦੇ ਚੇਤੇ ਦੇ ਵਿੱਚ ਗੁਰੂ ਦਾ ਹੁਕਮ ਹਮੇਸ਼ਾ ਹੀ ਵਰਤਦਾ ਹੈ। ਉਹਨਾਂ ਨੂੰ ਪਤਾ ਹੈ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜੋ ਕੁਝ ਵਰਤੇਗਾ ਪਰਮਾਤਮਾ ਦੇ ਹੁਕਮ 'ਚ, ਹੁਕਮ ਤੋਂ ਬਾਹਰ ਨਹੀਂ ਕੋਈ ਜਾਊਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿਣ ਲੱਗੇ ਜਿਹੜੇ ਗੁਰਮੁਖ ਪਿਆਰੇ ਨੇ, ਜਿਹੜੇ ਨਾਮ ਦੇ ਵਿੱਚ ਰੰਗੇ ਪਏ ਨੇ, ਜਿਹੜੇ ਪ੍ਰਭੂ ਕੀ ਸ਼ਰਨ ਦੇ ਵਿੱਚ ਨੇ, ਉਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਡਰ ਪੈ ਖਤਮ ਕਰ ਦਿੰਦੇ ਨੇ। ਹੁਣ ਕਈ ਮਨੁੱਖਾਂ ਨੂੰ ਆਪਣੇ ਤੋਂ ਵੱਡਿਆਂ ਦਾ ਡਰ ਹੈ, ਕਈਆਂ ਨੂੰ ਜੀਵ ਜੰਤੂਆਂ ਦਾ ਵੀ ਡਰ ਹੈ, ਕਈਆਂ ਨੂੰ ਗੁਪਤ ਭੈ ਵੀ ਵਰਤਦਾ ਕਿ ਹਨੇਰੇ ਦੇ ਵਿੱਚ ਚੱਲਦੇ ਨਾ ਕੁਝ ਲੜੇ, ਕਈਆਂ ਨੂੰ ਮੌਤ ਦਾ ਡਰ ਹੈ, ਕਈਆਂ ਨੂੰ ਰਾਜ ਭਾਗ ਖੁੱਸਣ ਦਾ ਡਰ ਹੈ, ਤੇ ਕਈ ਐਸੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰੀਤੀ ਟੁੱਟਣ ਦਾ ਡਰ ਹੈ ਕਿ ਕਿਤੇ ਏਦਾਂ ਦਾ ਸਮਾਂ ਨਾ ਆਵੇ ਕਿ ਮੇਰਾ ਪਿਆਰ ਗੁਰੂ ਤੋਂ ਟੁੱਟੇ। ਏਦਾਂ ਦੇ ਜਿਹੜੇ ਗੁਰਮੁਖ ਨੇ ਔਰ ਜਿਹੜੇ ਨਾਮ ਦੇ ਵਿੱਚ ਰਤੇ ਜਾਂਦੇ ਨੇ, ਉਹ ਹਮੇਸ਼ਾ ਇੱਕੋ ਦਾਤ ਮੰਗਦੇ ਨੇ, ਮਹਾਰਾਜ ਮੈਨੂੰ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖੋ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤੇ ਕਹਿੰਦੇ ਨੇ ਇਹ ਮਨਾ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾਸੀ ਉਦਰੀ ਤਾਂ ਕੋ ਜਸ ਉਰਤਾਰੋ। ਕਹਿਣ ਲੱਗੇ ਉਹਦੇ ਜਸ ਨੂੰ, ਉਹਦੇ ਪ੍ਰੇਮ ਨੂੰ ਆਪਣੇ ਹਿਰਦੇ 'ਚ ਧਾਰਨ ਕਰ, ਜਿਹਦਾ ਸਿਮਰਨ ਕਰਨ ਦੇ ਨਾਲ ਧਰੂ ਅਟਲ ਹੋ ਗਿਆ, ਜਿਹਦਾ ਸਿਮਰਨ ਕਰਨ ਦੇ ਨਾਲ ਅਜ਼ਾਮਲ ਦਾ ਭਲਾ ਹੋ ਗਿਆ, ਜਿਹਦੇ ਸਿਮਰਨ ਕਰਨ ਦੇ ਨਾਲ ਗਨਕਾ ਦੀ ਗਤੀ ਹੋ ਗਈ, ਉਸ ਪਰਮਾਤਮਾ ਦੇ ਚੇਤੇ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਬੈਠ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਜਿੱਥੇ ਸਤਿਗੁਰੂ ਇਹ ਬਚਨ ਬਖਸ਼ਿਸ਼ ਕਰਦੇ ਪਏ ਨੇ, ਉੱਥੇ ਮਹਾਰਾਜ ਨਾਲ ਏਦਾਂ ਦਾ ਦ੍ਰਿਸ਼ਟਾਂਤ ਵੀ ਸਾਨੂੰ ਬਖਸ਼ਦੇ ਨੇ। ਕਹਿਣ ਲੱਗੇ ਕੁਝ ਮਨੁੱਖ ਏਦਾਂ ਦੇ ਵੀ ਨੇ ਜਿਹੜੇ ਰਤਨ ਛਾੜ ਕੌਡੀ ਸੰਗ ਲਾਗੇ, ਤੇ ਮਹਾਰਾਜ ਕਹਿੰਦੇ ਜਿਹੜੇ ਰਤਨ ਨੂੰ ਛੱਡ ਕੇ ਕੌਡੀਆਂ ਦੇ ਨਾਲ ਜੁੜ ਬੈਠੇ ਨੇ, ਜਾਂ ਤੇ ਕਛੂ ਨਾ ਪਾਈਐ
ਉਹਨਾਂ ਦੇ ਕੋਲੋਂ ਤੇ ਕੁਝ ਵੀ ਪ੍ਰਾਪਤ ਨਹੀਂ ਹੋਣਾ ਜਿਹੜੇ ਕੌਡੀਆਂ ਨਾਲ ਜੁੜ ਕੇ ਬੈਠੇ ਨੇ। ਸਤਿਗੁਰੂ ਕਹਿੰਦੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ। ਉਸ ਪਰਮਾਤਮਾ ਨੂੰ ਸਦਾ ਧਿਆ, ਸਿਮਰੋ ਹਰ ਹਰ ਨਾਮ ਪ੍ਰਾਨੀ, ਬਿਨਸੈ ਕਾਚੀ ਦੇਹ ਅਗਿਆਨੀ। ਹੈ ਮਨਾ, हे ਪ੍ਰਾਣੀ, ਉਸ ਪਰਮਾਤਮਾ ਨੂੰ ਧਿਆਉਣਾ ਕਰ, ਜਿਹਨੂੰ ਧਿਆਏਗਾ ਤੇ ਨਿਸ਼ਚਲ ਪਦ ਤੇ ਪਹੁੰਚ ਜਾਏਗਾ। ਆ ਕੱਚੀ ਦੇਹ ਜਿਹੜੀ ਹੈ ਇੱਕ ਦਿਨ ਟੁੱਟੇਗੀ ਟੁੱਟੇਗੀ। ਉਹਦੇ ਨਾਲ ਜੁੜ ਜਿਨੇ ਇਹ ਰਾਜ ਭਾਗ ਸੁਖ ਸੱਤਾ ਸਾਰਾ ਕੁਝ ਤੈਨੂੰ ਬਖਸ਼ਣਾ ਹੈ। ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹ ਕੱਲੀ ਬੋਲ ਨਹੀਂ ਪਿਆਰਿਓ, ਗੁਰੂ ਕੇ ਸਿੱਖਾਂ ਨੇ ਇਸ ਬੋਲ ਨੂੰ ਆਪਣੇ ਜੀਵਨ 'ਚ ਕਮਾਇਆ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵੱਲ ਝਾਤ ਮਾਰਾਂਗੇ, ਸਭ ਤੋਂ ਸਾਡੀ ਅਦਬ ਸਤਿਕਾਰਯੋਗ ਹਸਤੀ ਜਿਹੜੀ ਹੈ, ਜਿਨੇ ਇੱਕ ਜਾਂ ਦੋ ਨਹੀਂ 6 ਗੁਰੂ ਸਾਹਿਬਾਨਾਂ ਦੇ ਘਰ 'ਚ ਸੇਵਾ ਕੀਤੀ, 8 ਗੁਰੂ ਸਾਹਿਬਾਨਾਂ ਦੇ ਉਹ ਦਰਸ਼ਨ ਕਰਦੇ ਨੇ। ਗੁਰੂ ਕੇ ਘਰ ਦੇ ਉਹ ਚੌਰ ਬਰਦਾਰ ਨੇ, ਪਹਿਲੇ ਗ੍ਰੰਥੀ ਨੇ, ਸੇਵਾ ਕਰਦੇ ਨੇ, ਕਦੇ ਪਸ਼ੂ ਚਾਰਦੇ ਨੇ, ਜੇ ਲੋੜ ਪਈ ਤੇ ਪਹਿਰਾ ਲਾਉਂਦੇ ਨੇ, ਤੇ ਜੇ ਲੋੜ ਪਈ ਤੇ ਚੌਂਕੀਆਂ ਕੱਢ ਕੇ ਗਵਾਲੀਅਰ ਦੇ ਕਿਲੇ ਤੱਕ ਪਹੁੰਚਦੇ ਨੇ। ਧੰਨ ਬਾਬਾ ਬੁੱਢਾ ਸਾਹਿਬ ਜੀ ਜਦੋਂ ਸਤਿਗੁਰੂ ਕੇ ਘਰ ਦੇ ਵਿੱਚ ਸੇਵਾ ਕਰਦੇ ਨੇ, ਇੱਕ ਦਿਨ ਸਮਾਂ ਆਇਆ, ਬਾਬਾ ਭਾਨਾ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਉਹ ਆਏ ਬਾਬਾ ਜੀ ਦੇ ਕੋਲ, ਬੀੜ ਸਾਹਿਬ ਦੀ ਧਰਤੀ ਤੇ ਸਨ। ਉੱਥੇ ਆ ਕੇ ਕਿਹਾ ਕਿ ਪਿਤਾ ਜੀ ਉਮਰ ਹੁਣ ਵਡੇਰੀ ਹੋ ਚੁੱਕੀ ਹੈ। ਉਸ ਸਮੇਂ ਧੰਨ ਬਾਬਾ ਬੁੱਢਾ ਸਾਹਿਬ ਦੀ ਉਮਰ 110 ਸਾਲ ਦੇ ਕਰੀਬ ਹੋ ਚੁੱਕੀ ਸੀ। ਉਹਨਾਂ ਨੇ ਆਖਿਆ ਕਿ ਪਿਤਾ ਜੀ ਉਮਰ ਵਡੇਰੀ ਹੋ ਚੁੱਕੀ ਹੈ, 13 ਸਾਲ ਦੀ ਉਮਰ ਤੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਆਪ ਸੇਵਾ ਕਰਦੇ ਪਏ ਹੋ। ਸਾਡੇ ਪਰਿਵਾਰ ਦੀ ਹੋਰ ਭਾਵਨਾ ਹੈ ਕਿ ਤੁਸੀਂ ਘਰ ਆ ਕੇ ਟਿਕਾਣਾ ਕਰੋ ਤੇ ਅਸੀਂ ਤੁਹਾਡੀ ਸੇਵਾ ਕਰ ਸਕੀਏ। ਉਹਨਾਂ ਨੇ ਇੱਕੋ ਬਚਨ ਆਖਿਆ, ਕਹਿਣ ਲੱਗੇ ਪੁੱਤਰ ਜੀ ਮੈਂ ਹੁਕਮ 'ਚ ਬੱਧਾ ਹੋਇਆ, ਹੁਕਮ ਤੋਂ ਬਾਹਰ ਨਹੀਂ ਮੈਂ ਜਾ ਸਕਦਾ। ਜੋ ਮੇਰੇ ਮਾਲਕ ਦਾ ਹੁਕਮ ਹੋਇਆ, ਜਿੱਥੇ ਉਹਨੇ ਰੱਖਣਾ ਮੈਂ ਉੱਥੇ ਹੀ ਜਾ ਕੇ ਰਹਿ ਸਕਦਾ। ਤੂੰ ਮੈਨੂੰ ਨਾ ਪੁੱਛ, ਮੇਰੇ ਮਾਲਕ ਮੇਰੇ ਗੁਰੂ ਨੂੰ ਜਾ ਕੇ ਪੁੱਛ। ਬਾਬਾ ਭਾਨਾ ਜੀ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਸਤਿਕਾਰਯੋਗ ਪਿਤਾ ਜੀ ਨੂੰ ਅਸੀਂ ਘਰੇ ਲੈ ਕੇ ਜਾਣਾ ਚਾਹੁੰਦੇ ਹਾਂ। ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ, ਤੁਸੀਂ ਲਿਜਾ ਸਕਦੇ ਹੋ। ਇਥੋਂ ਫਿਰ ਧੰਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ ਤੇ ਗਏ, ਡੇਰਾ ਬਾਬਾ ਨਾਨਕ ਦੇ ਕੋਲ। ਉੱਥੇ ਟਿਕਾਣਾ ਕੀਤਾ, ਉੱਥੇ ਸਮਾਂ ਬੀਤਿਆ। ਕਈ ਵਿਦਵਾਨਾਂ ਨੇ ਲਿਖਿਆ ਜੀ 17 ਸਾਲ ਮਹਾਰਾਜ ਉੱਥੇ ਬਾਬਾ ਜੀ ਨੇ ਸਮਾਂ ਕੱਟਿਆ, ਕਈਆਂ ਨੇ 15 ਸਾਲ ਦਾ ਜ਼ਿਕਰ ਕੀਤਾ। ਅਖੀਰ ਜਿਸ ਦਿਨ 125 ਸਾਲ ਦੀ ਆਰਬਲਾ ਹੁੰਦੀ ਹੈ ਧੰਨ ਬਾਬਾ ਬੁੱਢਾ ਸਾਹਿਬ ਦੀ, ਉੱਥੇ ਸੁਨੇਹਾ ਭੇਜਿਆ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ। ਕਹਿਣ ਲੱਗੇ ਤੁਹਾਡੇ ਘਰ ਦੇ ਇਸ ਨੌਕਰ ਨੇ ਤੁਹਾਨੂੰ ਚੇਤੇ ਕੀਤਾ, ਦਰਸ਼ਨ ਦਿਓ। ਉੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਨਾਲ ਗੁਰੂ ਕੇ ਸਿੱਖ ਲੈਂਦੇ ਨੇ। ਬਾਬਾ ਬਿੱਧੀ ਚੰਦ, ਭਾਈ ਗੁਰਦਾਸ ਜੀ, ਹੋਰ ਗੁਰਮੁਖ ਪਿਆਰੇ ਰੱਬ ਦੇ ਰੰਗ ਚ ਰਤੀਆਂ ਰੂਹਾਂ ਇਹ ਸਿੱਖ ਸੰਗਤਾਂ ਨੂੰ ਲੈ ਕੇ ਮਹਾਰਾਜ ਰਮਦਾਸ ਦੀ ਧਰਤੀ ਵੱਲ ਨੂੰ ਤੁਰੇ। ਇਧਰ ਦੁੱਧ ਵਰਗਾ ਚਿੱਟਾ ਦਾੜਾ ਧੰਨ ਬਾਬਾ ਬੁੱਢਾ ਜੀ ਦਾ, ਉਹਨਾਂ ਨੇ ਹੱਥ ਦੇ ਵਿੱਚ ਮੰਜੇ ਤੇ ਬੈਠੇ ਨੇ। ਅੱਜ ਪਤਾ ਲੱਗਾ ਕਿ ਮੇਰਾ ਪਾਤਸ਼ਾਹ ਆਉਂਦਾ ਪਿਆ। ਹੱਥ 'ਚ ਖੁੰਡੀ ਫੜੀ ਤੇ ਉੱਠੇ ਤੇ ਰਸਤੇ ਦੇ ਵਿੱਚ ਉਹ ਖੁੰਡੀ ਵੀ ਛੱਡਤੀ। ਕਹਿਣ ਲੱਗੀ ਛੱਡ ਮਨਾ, ਹੁਣ ਕਾਹਦੀ, ਤੇਰਾ ਗੁਰੂ ਆਉਂਦਾ ਪਿਆ, ਇਹਨਾਂ ਡੰਡਿਆਂ ਦਾ ਸਹਾਰਾ ਕਾਲੀ ਤੱਕਣਾ। ਉਹ ਤੁਰੇ ਤੇ ਰਸਤੇ 'ਚ ਸਾਹਮਣੇ ਜਦੋਂ ਆਉਂਦਿਆਂ ਗੁਰੂ ਨੂੰ ਦੇਖਿਆ ਤੇ ਉੱਥੇ ਜ਼ਮੀਨ ਤੇ ਆਸਣ ਲਾ ਕੇ ਤੇ ਸਿਰ ਝੁਕਾ ਕੇ ਬੈਠ ਗਏ। ਪ੍ਰੇਮ ਦੇ ਵਿੱਚ ਬਾਣੀ ਪੜ੍ਹਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆ ਕੇ ਬਾਹੋਂ ਉਠਾਲ ਕੇ ਸੀਨੇ ਨਾਲ ਲਾਇਆ। ਮਹਾਰਾਜ ਨੇ ਬੜਾ ਪ੍ਰੇਮ ਦਿੱਤਾ ਜੀ। ਸਾਰੇ ਸਿੱਖ ਰਾਤ ਨੂੰ ਬੈਠੇ ਤੇ ਬਾਬਾ ਜੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੁੱਛਦੇ ਨੇ, ਬਾਬਾ ਜੀ ਤੁਸੀਂ ਬਹੁਤ ਸੇਵਾ ਕਮਾਈ, ਬਹੁਤ ਘਾਲਣਾ ਕਾਲੀ, ਸਾਨੂੰ ਕਿਰਪਾ ਕਰਕੇ ਦੱਸੋ ਕਿ ਗੁਰੂ ਨਾਨਕ ਦੇ ਘਰ 'ਚ ਪ੍ਰਵਾਨ ਕਿਵੇਂ ਹੋਈ ਤੇ ਇੰਨੀ ਸੇਵਾ ਕੀਤੀ। ਗੁਰੂ ਕਹਿੰਦੇ ਪਏ ਨੇ ਕਿ ਦੱਸੋ। ਤੇ ਬਾਬਾ ਜੀ ਨੇ ਹੱਥ ਜੋੜੇ, ਕਹਿਣ ਲੱਗੇ ਮਹਾਰਾਜ ਤੁਸੀਂ ਤੇ ਸੂਰਜ ਹੋ, ਮੈਂ ਤੇ ਨਿੱਕੀ ਜੀ ਕਿਰਨ, ਮੈਂ ਤੁਹਾਨੂੰ ਕੀ ਦੱਸਾਂ। ਤੁਸੀਂ ਸਮੁੰਦਰ ਹੋ, ਮੈਂ ਤੇ ਨਿੱਕੀ ਜੀ ਬੂੰਦ ਆ, ਮੈਂ ਤੁਹਾਨੂੰ ਕੀ ਸੁਣਾ ਸਕਦਾ ਹਾਂ। ਉੱਥੇ ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਬਾਬਾ ਜੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਗੁਰੂ ਨਾਨਕ ਦੇ ਘਰ 'ਚ ਪ੍ਰਵਾਨ ਕਿਵੇਂ ਹੋਈਦਾ। ਉੱਥੇ ਉਹਨਾਂ ਇੱਕੋ ਗੱਲ ਆਖੀ, ਕਹਿਣ ਲੱਗੇ ਜਪ ਕਰੋ ਬਾਣੀ ਦਾ,
तप करो गुरु की सेवा दा। संजम रखो विकारां तो, ते कहन लगे सिर्फ इन्ना कुछ करके, बाणी पढ़ के, सेवा करके, संजम इन्ना कुछ करके सिर्फ इको एक टेक गुरु नानक दी मेहर दी रखनी। उदा मुल नहीं पाउना कि मैं इन्ना चिर तेरे घरे सेवा कीती, मेरी झोली च आ पाओ। कहन लगे उत्थे मुल ना पवाउण तुर पिओ। जे गुरु दे कोलों कुछ प्राप्त करना ते सिर्फ गुरु नानक दे अगे हथ अड के खलोते रहो। जिहड़ा शब्द पढ़िया, एक नेही दात आपस ते जो पाईऐ, नानक साकरा मात साहिब तुठै जो मिलै। गुरु त्रुट के जो दे दवे। इधर धन बाबा बुढ़ा साहिब जी अमृत वेले उठदे ने, इशनान कीता, चिट्टा चोला पहनिया, गुरु हरगोबिंद पातशाह जी नूं अगे बिठाया। जिस मौत दे डर तो दुनिया भजदी दौड़दी है, गुरु के सिखां नूं जिहड़े बाणी दे अभ्यासी ने, उन्हां नूं पहले ज्ञान हो जांदा है। ਉਹ ਆਪਣੇ ਅੰਦਰੋਂ ਨਾਮ ਬਾਣੀ नहीं विसरन देंदे। ਉੱਥੇ ਮਰ ਨੂੰ ਸਾਹਮਣੇ ਬਿਠਾਇਆ, ਕਹਿਣ ਲੱਗੇ ਸਤਿਗੁਰੂ ਤੁਸੀਂ ਸੁਣੋ, ਮੈਂ ਤੁਹਾਡੀ ਉਹ ਜਪ ਜਿਹੜਾ ਕਦੇ ਕਰਤਾਰਪੁਰ ਦੀ ਧਰਤੀ ਤੇ ਤੁਸੀਂ ਬਖਸ਼ਿਆ ਸੀ, ਮੈਂ ਉਹ ਤੁਹਾਨੂੰ ਸੁਣਾਉਣਾ ਚਾਹੁੰਦਾ। ਉਹ ਪੌੜੀ ਦਰ ਪੌੜੀ ਪੜ੍ਹਦੇ ਪਏ ਨੇ। ਇੱਕ ਓੰਕਾਰ ਤੋਂ ਆਰੰਭਤਾ ਹੁੰਦੀ। ਕਦੇ ਗੁਰੂ ਦੇ ਅੱਗੇ ਅਰਦਾਸ ਕਰਦੇ ਨੇ, ਮਹਾਰਾਜ ਮੇਰੇ ਤੇ ਕਿਰਪਾ ਕਰੋ, गुरा एक देह बुझाई, सबना जिया का एक दाता, सो मैं विसर ना जाए। वो मांगते ने महाराज हुण ते सुआस भी थोड़े ने, पर फिर भी इको अरदास करते पे ने कि मैनू विसरे ना, मैनू चेते दे विच रहे। फिर कदे सुनिया, कदे मन्ने दियां, कदे पंच परवान ते पहुंचे। पौड़ी दर पौड़ी जदों कर्म खंड ये सारे खंड निकल के आए, ते जदों आके आखिया कि जिन्नी नाम ध्याया गए मसकत काल, नानक ते मुख उजले केती छुट्टी नाल। सिर झुकाया महाराज दे चरनां च, अगे सिर झुकदा सी ते उठ जांदा सी, अज ऐसा सिर झुकाया मुड़ के उठिया ना। सिखां ने बैराग छुटिया, पर गुरु कहंदा पिया सिखो वधाइयां होण। महाराज तुहाडा सिख ਜਿਹੜਾ ਇੰਨੀ ਸੇਵਾ ਕਰਨ ਵਾਲਾ ਸੀ ਉਹ ਗਿਆ, ਤੁਸੀਂ ਕਹਿੰਦੇ ਵਧਾਈਆਂ। ਤੇ ਮਹਾਰਾਜ ਕਹਿੰਦੇ ਹਾਂ, ਜਿੱਤਣ ਵਾਲੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ, ਉਹਦੇ ਜਾਣ ਤੇ ਸੋਗ ਨਹੀਂ ਕਰੀਦਾ ਹੁੰਦਾ। ਉਹਨਾਂ ਨੇ ਆਖਿਆ ਕਬੀਰ ਸੰਤ ਮੂਏ ਕਿਆ ਰੋਈ ਗਿਆ, ਜੋ ਆਪਣੇ ਗ੍ਰਹਿ ਜਾਏ, ਰੋਬੋ ਸਾਕਤ ਬਾਪੁਰੇ, ਜੋ ਹਾਟੈ ਹਾਟ ਬਿਕਾਏ। ਉੱਥੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਅੰਤਿਮ ਰਸਮਾਂ ਵੀ ਆਪ ਮਹਾਰਾਜ ਨੇ ਕੀਤੀਆਂ, ਤੇ ਅਰਥੀ ਨੂੰ ਮੋਢਾ ਲਾਉਣ ਵਾਲਿਆਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ, ਬਾਬਾ ਭਾਨਾ ਜੀ ਨੇ, ਇਹਦੇ ਵਿੱਚ ਬਾਬਾ ਭਾਈ ਗੁਰਦਾਸ ਜੀ ਔਰ ਚੌਥੇ ਬਾਬਾ ਬਿਧੀ ਚੰਦ ਜੀ ਨੇ। ਇੱਕ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਹੀ ਸੀ ਭਾਈ ਗੁਰਦਿੱਤਾ ਜੀ। ਜਦੋਂ ਮਹਾਰਾਜ ਦਿੱਲੀ ਨੂੰ ਤੁਰੇ ਤੇ ਇਹ ਭਾਈ ਗੁਰਦਿੱਤਾ ਜੀ ਨਾਲ ਸਨ। ਇਹਨਾਂ ਨੇ ਆਪਣੇ ਸਵਾਸ ਤਿਆਗੇ ਸਨ ਜਦੋਂ ਮਹਾਰਾਜ ਦੀ ਸ਼ਹਾਦਤ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਬਚਨ ਕੀਤੇ, कहने लगी देख ये बाबा बुढ़ा साहब जिस तरह गुरु का नाम जपन दे नाल सिखां दा भला हो जाता है, जेड़ा इस करनी वाले गुरसिख नूं चेते करेगा ओदा भी भला हो जाएगा। किड्डी मेहर सतगुरु कहंदे ने, जेड़े लोग दुख मंनदे सन, गुरु दी शरण दे विच पै के दुख खत्म हो गए ते सुख दी दात मिल गई। ओ सुख जेड़े असीं सुख मन के बैठे प्यारो, ये ते एक खिन दे ने, आउणगे जांदे रहणगे। पर जेड़े आत्मा दा अंदर आत्मे दा सुख है, उन्हों कदे भी कोई खो नहीं सकता, उन्हों कदे कोई लुट नहीं सकता, क्योंकि ये सुख गुरु के बचना दे विचों पैदा हुंदे ने, गुरु के नाम चों पैदा हुए। ते धन गुरु अर्जन देव महाराज कहंदे ने, गुर का बचन बसै जी नाले, जल नहीं डूबै, तस्कर नहीं लेवै, पाहे न साक्या जाले। ना इनू चोर चोरी करके ले जा सकेगा, ना इनू पानी दे विच रोड़िया जा सकदा, ते ना अग ला के ने सड़ना। सतगुरु बख्शिश करते ने, गुरु की शरण दे विच जेड़े जीव पै जांदे ने, उन्हां दे सतगुरु सच्चे पातशाह सारे दुख खत्म कर देंदा है, ते इस नाम दे विचों असली सुख दी उदात नूं प्राप्त करदे ने। पर यह रहमत मिलोगी कदों, जदों दयाल हुआ पार ब्रह्म स्वामी, पूरा सतगुरु ते आया। जदों उस पूरे सतगुरु के सिमरन नूं चेते च बिठाया,
जदों रसना दे नाल उस गुरु नूं जपिया, उन्नू चेते कीता, फिर अपना जोर नहीं, तू गुरु के अगे खलो के सेवा कर, सिमरन कर। जदों सतगुरु सच्चे पातशाह दयाल होणगे, जदों वो किरपा दे घर दे विच आउंदे ने, उदों प्रभु परमात्मा ध्याया जांदा है। असी बाणी दा फुरना मन च उठदा कई बार कि चल मना उठ के जपजी साहिब पढ़, ते मैं कहना सब तो चंगे भाग उदों बंदे दे जागदे ने जदों मन आखे कि उठ के बाणी पढ़। नहीं ते थोड़ी कीतिया मन साडा किथे जी टिकदा है, वो रस्से तड़ा तड़ा दौड़न दा जतन करदा है। पर सतगुरु कहंदे जदों उस मन वस आवे नानका, जे पूर्ण किरपा होए। मन वासी उदों आउंदा जदों गुरु की किरपा होए। सतगुरु सच्चे पातशाह कहंदे पूरे सतगुरु ने जदों अपनी किरपा अपनी मेहर कीती, उतों इस मन ने पूरे गुरु नूं ध्याउणा कीता। प्रभ जीओ तू मेरो साहिब दाता। हे अकाल पुरख परमात्मा जी, तुसी मेरे सुखां दे दाते हो। ते देखो दाता सिर्फ एक ही हुंदा है, दाते होर नहीं। असीं रोज पढ़दे भी पए हां जी, दद्दा दाता एक है, सब को देवनहार। बंदे दे दिते दे विच टोट आ सकदी है, बंदे दे दिते दे विच कमियां आउंदियां, बंदा दे के पछताउंदा भी है। पर गुरु दे घर च ना टोट आउंदी है ते ना दे के पछताउंदा है। महाराज ते कहंदे ने ए मन हर जी ध्याए तू, एक मन एक चित भाए, हर कीआं सदा सदा वडियाइयां, दे ना पछोताए। ओ गुरु कदे दे के पछताउंदा नहीं। ते गुरु दे घर दे नाल जिहड़े जुड़ जांदे ने, असीं एक बचन पढ़दे जी, साचा नाम मेरा आधारो, साच नाम आधार मेरा, जिन भुखां सब गवाइयां। जिदों सच्चा नाम इस जिंद दा आधार बन जाता है, उदों सतगुरु कहंदे गुरु सारियां भुखां ही मिटा के रख दिंदा है। भावें ओ शरीरक भुख क्यों ना होवे, भावें ओ मन दी भुख क्यों ना होवे। जिस महापुरखां दे अस्थान ते बैठे हो, आ कोल ही भोरा साहब है। जिस दिन सुखमनी साहिब जी दी ओ पंक्ति सुनदे ने, ओ कहंदे ने जे गुरु कहंदा पिया ते फिर गुरु झूठ नहीं बोलदा। हाँ, साडे जीवन दे विच कोई घाट कोई कमी आ सकदी है, पर गुरु के बोले बोलां दे विच कमी नहीं हुंदी। ओ बैठे जी, रोज सिमरन कीता, बाणी पढ़ी, लगातार कई कई घंटे बैठे रहना। ते जिस दिन बाहर निकले, हाथ जोड़ के पुछया कि इन्ने दिन ना भोजन दा एक टुकड़ा, ना पानी दी एक बूंद, ते इन्ना लंबा समा चौंकड़ा, ये सारा कुछ किवें रहमतां वापरियां। उन्हां इक्को गल आखी, कहण लगे जिन्हां दे हिरदे दे विच गुरु का नाम टिक जांदा है, सतगुरु उन्हां नूं अंदर आत्मे ही रस बख्शिश देंदा है। पर जिन्हां दे अंदरों नाम विसर जाए, जिन्हां दे अंदरों गुरु का सिमरन भजन विसर जांदा है, महाराज ने बचन भी कीते, कहण लगे उन्हां नूं ना ते संसार दे विच आउण दी कोई लोड़ है, ते जे आउंदे ने ते हार के ही इत्थों जांदे ने। गुरु रामदास जी दा बचन भी है जी, जिन हर हिरदै नाम ना बसियो, ते मात कीजै हर बांझा, ते सुंझी देव फिरै बिन नामै, ओए खप खप मुए करांझा। ओ खप खप के रो रो के संसार तो जांदे ने। सतगुरु बख्शिश करदे ने, हे अकाल पुरख परमात्मा जी, तुसी मेरे दाते हो, तुसी मैनू दातां देण वाले हो। भावें ओ संसारक दातां क्यों ना होवे, ते भावें अंदर नूं ठहराउण वालियां नाम दीयां दातां क्यों ना होण। नाम दीयां दातां भी उस गुरु दे घर दे विचों ही मिलदियां ने। जदों झोली अड्ड के असीं मंगदे हां, साचे साहिबा क्या नाही कर तेरा, घर तां तेरा सब किछ है, जिस देह सुभा। जे मैनू ना मिले ते मैं ये नहीं कह सकदा कि गुरु दे घर दे विच नहीं। जे मेरे नाल नहीं वापरदा पिया ते एदा मतलब ये नहीं कि गुरु रहमतां नहीं करदा। तू गुरु के अगे अरदास करके गुरु तेरे ते भी हो करे, बल्कि गुरु दी कीती ते शंका नहीं। मर्त कहने जिस ठाकुर से ना ही चारा, तांको कीजै सद नमस्कारा। ओदे अगे ते सिर झुका के ही भला कीता जा सकदा है। महाराज कहंदे ने, कर किरपा प्रभ दीन दयाला, गुण गावो रंग राता। ते महाराज कहंदे तुसी मेरे दाते हो, ते अज दातिया मैं तेरे चरनां च दोने हाथ जोड़ के एक बेनती कर लगा। ओ बेनती की, इत्थे संसारक पदार्थां दा जिक्र नहीं महाराज ने कीता।
इत्थे अपनियां मन दीयां लोड़ां जां कोई होर जिहड़ियां अंदर फुरने उठदे उन्हां दा जिक्र नहीं। महाराज कहने बस मेरे ते इन्नी क किरपा करो कि ये जिंद जिहड़ी है तेरे गुणां नूं गावे ते ये मन तन तेरे नाम दे विच रंगिया जावे। कर किरपा प्रभ दीन दयाला, मेरे ते किरपा कर दीन दा भाव गरीब, गरीबां दे उपर दया करन वाले परमात्मा जी मेरे ते ए मेहर करो। गुण गावों रंग राता तेरे गुणां नूं मैं गा सकां। भगत रविदास जी भी बेनती करने, हम सर दीन दयाल ना तुम सर, अब पतियार क्या कीजै। महाराज मेरे वर्गा गरीब कोई नहीं ते तेरे वर्गा गरीबां ते दया करन वाला कोई नहीं। बचनी तोर मूर मन मानै जन को पूरन दीजै। हूँ बल बल जाऊं रमैया कारने कारण कवन अबोल। बहुत जन्म बिछड़े थे माधो, एहो जन्म तुम्हारे लेखे। कह रविदास आस लग जीवों, चिर भयो दर्शन देखे। मेरी एको एक अरदास है, बड़े जन्मां दे तेरे तो विछड़े हां। महाराज दा एक बचन भी आउंदा जे असीं आम पढ़दे हां, हूँ आया दूरों चल कह मैं तकी तौ शरणाए जियो। मैं आशा रखी चित में, मेरा सबो दुख गवाए जियो। हुण जेड़ी उत्थे महाराज दूरी दी गल करदे पए ने, हुण ओ 5 ਜਾਂ 7 किलोमीटर दी जां 40-50 किलोमीटर नहीं। महाराज कहने मैं बड़ी दूरों आया, जिन्हों सतगुरु कहने कई जन्म पे कीट पतंगा, कई जन्म का जमीन को रंगा, कई जन्म पंखी सर्प होयो, कई जन्म हैबर वृक्ष जोयो। महाराज मैं आज जूना चो बड़ी दूरों चल के तेरे शरण दे विच आया। बहुते फेर भये किरपन को अब किछ किरपा कीजै। महाराज मेरे ते हुण किरपा करो। मैं तेरे चरनां च इस करके हथ जोड़दा पिया कि मैनू अपने दरों नाम दी दात बख्श दो, मैं तेरे चरनां नाल जुड़ सकां। सतगुरु कहंदे ने कर किरपा प्रभ दीन दयाला, गुण गावो रंग राता तेरे गुण गा के तेरे नाम दे विच मैं रंगिया जावां। रहाओ विश्राम दे के धन गुरु अर्जन देव महाराज किरपा करदे ने। सतगुरु नाम निदान दृढ़ाया, चिंता सगल विनाशी। सतगुरु नाम निदान दृढ़ाया। जदों सतगुरु सच्चे पातशाह जी ने अपने नाम दा खजाना मेरे हिरदे दे विच पक्का कर दिता, जदों हिरदे च नाम आके वस जावे फिर मालिक ने चिंता सगल विनाशी। ਜਿਹੜੀਆਂ चिंतावां अगे मैनू कदे मौत दा डर सताउंदा सी, हुण मौत दा डर नहीं। हुण जे कोई भुख वास्ते अगे शरीर तड़फदा सी, हुण भुख करके भी नहीं तड़फदा। हुण ते मन नू समझ आ गई कि जियो पाए पिंड जिन साजिया दिता पैनन खान। अपने दास की आप पैज राखी, नानक सद कुर्बान। जिन्ने पैदा कीता ओ रिजक भी देगा। उन्हों गुरु के बचना ते भरोसा बज गया कि नानक चिंता मत करो, चिंता तसी है जल में जंते पाइन तिना भी रोजी दे। जे पानी च पैदा कीतियां नू ओ रोजी देंदा पिया ते मना भरोसा करके गुरु दे अगे बैठा रहे, ओ तैनू भी देगा। सतगुरु कहने चिंता सगल विनाशी। सारियां चिंतावां झोड़े जेड़े ने ओ गुरु ने खत्म कर दिते ते अपना नाम बख्श के फिर जिन्हों गुरु नाम बख्श दे ओ दूजियां दे घर अगे नहीं। ओ ते कहंदे ने कर किरपा अपनों कर लीना, मन वसिया अविनाशी। आप किरपा करके मैनू अपना बना लिया ते होर मेरे मन दे विच कोई होर नहीं बल्कि गुरु का नाम, जेड़ा अविनाशी पुरख है, जेड़ा नाश तो रहता है, जिहदा कदे नाश नहीं हो सकता। बंदे दा शरीर आएगा मरेगा फिर जन्म लेगा, पर गुरु अविनाशी पुरख है, जिहदे ते ना जन्म दा कोई लगदा कोई लागू हुंदा रूल, ओहदे ते ना कोई मौत दा कोई ओते निजम लागू होएगा, बल्कि ओते नाम दे विच रंगे जेड़े जांदे ने उन्हां नूं भी अपने चरनां दे नाल ओ जोड़ लैंदे ने। तां को बिघन ना को लागै जो सतगुरे अपने राखे। जिन्हां नूं जेड़े गुरु के चरनां दे विच जीव जुड़ जांदे ने, गुरु दे अगे अरदास बेनती पल्ला अड़ के बैठे रहिंदे ने। महाराज कहने उन्हां नूं किसी तरह की कोई बिगड़ नहीं लगती। उन्हां दे उत्ते कोई कष्ट कोई रोग ये उन्हां दे अगे नहीं खलो सकते, बल्कि ओते असी बचन भी पढ़िया जी पिछले दिनी
ਉਹ ਕਹਿੰਦੇ ਨੇ ਝੱਖੜ ਝਾਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੁਖਾਰਾ ਗੁਰ ਸਿੱਖ ਲੰਘ ਗੁਰੂ ਪੈ ਜਾਏ। ਉਹਨਾਂ ਦੇ ਅੱਗੇ ਏਦਾਂ ਦੀਆਂ ਜਿੰਨੀਆਂ ਮਰਜ਼ੀ ਰੁਕਾਵਟਾਂ ਆ ਜਾਣ, ਪਿਆਰਿਓ ਇੱਕ ਪਤੰਗਾ ਲੱਖਾਂ ਤਹਿਖਾਨਿਆਂ ਦੇ ਵਿੱਚ ਦੀਵਾ ਬਾਲ ਦਿਓ, ਪਤੰਗੇ ਦੇ ਅੰਦਰ ਇੰਨੀ ਕਖੇਚ ਹੁੰਦੀ ਏ, ਉਹ ਲੱਖਾਂ ਤਹਿਖਾਨੇ ਲੰਘ ਕੇ ਵੀ ਦੀਵੇ ਦੇ ਅੱਗੇ ਕੁਰਬਾਨ ਹੋ ਕੇ ਪਹੁੰਚ ਜਾਂਦਾ ਉੱਥੇ। ਤੇ ਗੁਰੂ ਕੇ ਸਿੱਖ ਦਾ ਪ੍ਰੇਮ ਏਦਾਂ ਦਾ ਹੈ, ਜੇ ਅੱਗੇ ਔਂਕੜਾ ਬਿਗਣਾ ਹਜ਼ਾਰਾਂ ਵੀ ਆ ਜਾਣ, ਉਹ ਸਾਰੇ ਨੂੰ ਲੰਘ ਕੇ ਆਪਣੇ ਗੁਰੂ ਦੇ ਕੋਲ ਫੇਰ ਜਾ ਪਹੁੰਚਦਾ ਹੈ, ਉਹ ਪਿੱਛੇ ਨਹੀਂ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵਿਘਨ ਹੀ ਨਹੀਂ ਲੱਗਦੀ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਹੱਥ ਦੇ ਕੇ ਰੱਖ ਲਿਆ। ਤਾਂ ਕੋ ਵਿਘਨ ਨਾ ਕੂ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ। ਉੱਥੇ ਤੇ ਮਹਾਰਾਜ ਤੁਸੀਂ ਸਾਰਾ ਕੁਝ ਕਰਨ ਵਾਲੇ ਹੋ, ਮੇਰਾ ਜ਼ੋਰ ਕੀ, ਅਸਾਂ ਜ਼ੋਰ ਨਹੀਂ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼। ਮੇਰੇ ਮਹਾਰਾਜ ਸਾਡਾ ਜ਼ੋਰ ਨਹੀਂ, ਤੂੰ ਗੁਰੂ ਕੇ ਅੱਗੇ ਸਮਰਪਣ ਕਰ, ਮੇਰਾ ਨਹੀਂ ਕੋਈ ਜ਼ੋਰ ਮਹਾਰਾਜ, ਜਿੱਦਾਂ ਤੈਨੂੰ ਭਾਉਂਦਾ, ਜਿੱਦਾਂ ਤੈਨੂੰ ਚੰਗਾ ਲੱਗਦਾ ਸਾਨੂੰ ਬਖਸ਼ ਲੈ। ਗੁਰੂ ਕੇ ਅੱਗੇ ਜਦੋਂ ਅਸੀਂ ਅਰਦਾਸ ਕਰਾਂਗੇ ਨਾ ਮਹਾਰਾਜ, ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੱਡ ਗੁਨਹਗਾਰ। ਜਦੋਂ ਗੁਰੂ ਦੇ ਅੱਗੇ ਇਹ ਅਰਦਾਸ ਕਰਾਂਗੇ, ਉਹ ਤੇ ਮਹਾਰਾਜ ਕਹਿੰਦੇ ਨੇ ਤੂੰ ਗੁਰੂ ਦੇ ਅੱਗੇ ਅਰਦਾਸ ਕਰ, ਗੁਰੂ ਬਖਸ਼ਣ ਵਾਲਾ ਹੈ, ਉਹ ਜ਼ਰੂਰ ਤੈਨੂੰ ਬਖਸ਼ੂਗਾ। ਪਰ ਚੇਤੇ ਰੱਖੀ ਉੱਥੇ ਲੇਖਿਆਂ ਚ ਨਾ ਪੈ ਜੀ, ਗਿਣਤੀਆਂ ਮਿੰਤੀਆਂ ਦੇ ਚੱਕਰਾਂ ਚ ਨਾ ਪਈ ਕਿ ਮੈਂ ਤੇ ਇੰਨਾ ਕੀਤਾ ਜੀ, ਆਹ ਕੁਝ ਮੇਰੇ ਜੀਵਨ ਦਾ ਮਾਜ ਕਿਨੇ, ਇੱਥੇ ਤੇ ਵੱਡੇ ਵੱਡੇ ਗਏ ਲੇਖਿਆਂ ਚ ਪੈਣ ਵਾਲੇ। ਤੂੰ ਕੁਝ ਵੀ ਭਾਵੇਂ ਬਹੁਤ ਕੁਝ ਕੀਤਾ ਹੋਵੇ, ਪਰ ਗੁਰੂ ਦੇ ਅੱਗੇ ਹੱਥ ਜੋੜਦੇ ਮਹਾਰਾਜ ਮੈਂ ਨਹੀਂ ਕੀਤਾ, ਤੂੰ ਕਰਾਇਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਤੇ ਮਹਾਰਾਜ ਕਹਿੰਦੇ ਜੇ ਲੇਖਿਆਂ ਦੇ ਵਿੱਚ ਪਏਗਾ ਤੇ ਫਿਰ ਗੁਰੂ ਕਹਿੰਦਾ ਲੇਖਾ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਬਖਸ਼ਿਸ਼ ਕਰਨੇ ਜਿਨ੍ਹਾਂ ਨੂੰ ਗੁਰੂ ਰੱਖ ਲੈਂਦਾ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਔਂਕੜ ਕੋਈ ਵਿਘਨ ਨਹੀਂ ਵਿਆਪਦੀ, ਬਲਕਿ ਚਰਨ ਕਮਲ ਬਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ। ਉਹਨਾਂ ਦੇ ਹਿਰਦੇ ਦੇ ਅੰਦਰ ਗੁਰੂ ਕੇ ਚਰਨ ਜਿਹੜੇ ਨੇ ਉਹ ਆਣ ਕੇ ਟਿਕ ਜਾਂਦੇ ਨੇ, ਤੇ ਉਹਨਾਂ ਦੀ ਰਸਨਾ ਗੁਰੂ ਕਾ ਅੰਮ੍ਰਿਤ ਨਾਮ ਜਿਹੜਾ ਉਹਨੂੰ ਚਖਣਾ ਕਰਦੀ ਹੈ। ਉਹਨਾਂ ਦੀ ਰਸਨਾ ਗੁਰੂ ਕੇ ਸਿਮਰਨ ਨੂੰ ਆਪਣੇ ਹਿਰਦੇ ਚ ਧਾਰਨ ਕਰਦੀ ਏ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇਛ ਪੁਜਾਈ। ਮਹਾਰਾਜ ਉੱਥੇ ਦਿਲਾਸਾ ਦਿੰਦੇ ਪਏ ਨੇ ਜੀ। ਮਹਾਰਾਜ ਕਹਿੰਦੇ ਨੇ ਤੂੰ ਨਿਰਾਸ਼ ਨਾ ਹੋ, ਤੂੰ ਛੱਡੀ ਨਾ ਕਰ ਸੇਵਾ, ਤੂੰ ਸੇਵਾ ਕਰ ਸੇਵਕ ਪ੍ਰਭ ਆਪਣੇ, ਉਹਨਾਂ ਦੀ ਵੀ ਸੇਵਾ ਕਰ ਪਰਮਾਤਮਾ ਦੀ। ਤੇ ਜਿਹੜੇ ਪਰਮਾਤਮਾ ਦੇ ਸੇਵਕ ਨੇ ਜੇ ਉਹ ਵੀ ਮਿਲ ਜਾਣ ਤੇ ਉਹਨਾਂ ਦੀ ਵੀ ਚਰਨ ਧੂੜੀ ਪਰਸ ਤੇ ਉਹਨਾਂ ਦੇ ਅੱਗੇ ਅਰਦਾਸ ਕਰ। ਜਿਵੇਂ ਮਹਾਰਾਜ ਕਹਿੰਦੇ ਨੇ ਜੇ ਕੋਈ ਜੋ ਦਿਸੈ ਗੁਰ ਸਿਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾਂ ਬਿਰਥਾਂ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀ। ਮੈਂ ਤੁਹਾਡੇ ਅੱਗੇ ਆਪਣੇ ਅੰਦਰ ਦੀ ਵੇਦਨਾ ਬਿਆਨ ਕਰਨ ਲੱਗਾ ਜੀ। ਮੈਨੂੰ ਕਿਰਪਾ ਕਰੋ, ਤੁਸੀਂ ਤੇ ਰੱਬ ਦੇ ਘਰ 'ਚ ਜੁੜੇ ਹੋ, ਮੇਰੇ ਤੇ ਵੀ ਮਿਹਰ ਕਰੋ, ਮੈਨੂੰ ਉਪਦੇਸ਼ ਬਖਸ਼ੋ ਕਿ ਮੈਂ ਵੀ ਗੁਰੂ ਕੇ ਘਰ 'ਚ ਜੁੜ ਸਕਾਂ। ਮਰ ਕਿਨੇ ਉੱਥੇ ਸੇਵਾ ਕਰ, ਗੁਰੂ ਕੇ ਚਰਨਾਂ ਦੇ ਵਿੱਚ ਬੇਨਤੀ ਕਰ। ਜਿਨ ਮਨ ਕੀ ਇੱਛ ਪੁਜਾਈ, ਜਿਨੇ ਮਨ ਦੀ ਇੱਛਾ ਪੂਰੀ ਕਰ ਦਿੱਤੀ। ਤੇ ਉਹ ਮਨ ਦੀ ਇੱਛਾ ਕੀ ਸੀ ਪਿਆਰਿਓ? ਉਹੀ ਸੀ ਕਿ ਰਸਨਾ ਜਪਤੀ ਤੂੰ ਹੀ ਤੂੰ। ਮੇਰਾ ਅੰਦਰ ਤੇਰਾ ਨਾਮ ਮੰਗੇ ਮਹਾਰਾਜ, ਆਹੀ ਮੇਰੀ ਬੇਨਤੀ ਸੀ ਕਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਮੈਂ ਇਹੀ ਤੇਰੇ ਚਰਨਾਂ 'ਚ ਅਰਦਾਸ ਕਰਦਾ ਸੀ, ਤੁਸੀਂ ਕਿਰਪਾ ਕੀਤੀ। ਤੁਹਾਡੀ ਸ਼ਰਨ ਦੇ ਵਿੱਚ ਪਿਆ ਦੁੱਖ ਵੀ ਖਤਮ ਹੋ ਗਏ, ਨਾਮ ਰੂਪੀ ਸੁਖ ਮਿਲਿਆ। ਤੁਸੀਂ ਦਾਤਾਂ ਦਿੱਤੀਆਂ, ਤੁਸੀਂ ਚਿੰਤਾਵਾਂ ਮਿਟਾ ਕੇ ਰੱਖ ਦਿੱਤੀਆਂ, ਤੇ ਹੁਣ ਆਪਣੇ ਨਾਮ ਦੇ ਨਾਲ ਰੰਗਾ ਕੇ ਆਪਣੇ ਘਰ 'ਚ ਪ੍ਰਵਾਨ ਕਰ ਦਿੱਤਾ। ਤੇ ਉਦੋਂ ਸ਼ੁਕਰਾਨੇ 'ਚ ਇੱਕ ਬੇਨਤੀ ਨਿਕਲੀ, ਤੇ ਉਹ ਬੇਨਤੀ ਕੀ ਸੀ? ਨਾਨਕ ਦਾਸ ਤਾਂ ਕਹਿ ਬਲਿਹਾਰੈ, ਜਿਨ ਪੂਰਨ ਪੈਜ ਰਖਾਈ। ਮੈਂ ਉਹਦੇ ਤੋਂ ਬਲਿਹਾਰ ਜਾਨਾ, ਉਹਦੇ ਤੋਂ ਮੈਂ ਕੁਰਬਾਨ ਜਾਨਾ ਜਿਨੇ ਇਸ ਸੇਵਕ ਦੀ ਪੂਰਨ ਪੈਜ ਰਖਾ ਲਈ, ਜਿਨੇ ਡੋਲਣ ਨਹੀਂ ਦਿੱਤਾ, ਜਿਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ। ਤਾਂ ਹੀ ਤੇ ਸਤਿਗੁਰ ਕਿੰਨੇ ਦੋਨੇ ਸਮੇਂ ਪੜ
ਆਸਾ ਦੀ ਬਾਤ ਦੇ ਵਿੱਚ ਵੀ ਪੜ੍ਹ ਤੇ ਸੋ ਦਰ ਦੇ ਵਿੱਚ ਵੀ ਪੜ੍ਹ ਕਿ ਜਿਹੜੇ ਗੁਰੂ ਕੇ ਚਰਨਾਂ ਨਾਲ ਜੁੜਦੇ ਨੇ, ਸਤਿਗੁਰੂ ਉਹਨਾਂ ਦੀ ਪੈਜ ਰੱਖਦੇ ਨੇ। ਫਿਰ ਉਹਨਾਂ ਦੇ ਬਕਾਇਦਾ ਨਾਮ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਜੀ ਕਿ ਜੇ ਨਹੀਂ ਭਰੋਸਾ ਆਉਂਦਾ ਤੇ ਇਹਨਾਂ ਨਾਮ ਜਪਣ ਵਾਲਿਆਂ ਦੇ ਕੋਲੋਂ ਪੁੱਛ ਕੇ ਦੇਖ। ਉਹਨਾਂ ਨਾਮ ਜਪਣ ਵਾਲਿਆਂ ਨੇ ਆਪ ਵੀ ਜਪਿਆ ਤੇ ਜਿਹੜੇ ਜਪਦੇ ਜਪਦੇ ਗੁਰੂ ਕੇ ਘਰ 'ਚ ਪ੍ਰਵਾਨ ਹੋ ਗਏ। ਭਾਵੇਂ ਕਿਸੇ ਨੇ ਪਾਣੀ 'ਚ ਰੋੜਿਆ, ਭਾਵੇਂ ਹਾਥੀ ਦੇ ਅੱਗੇ ਸੁੱਟਿਆ, ਭਾਵੇਂ ਆਖਿਆ ਕਿ ਕੰਧਾਂ ਦੇ ਵਿੱਚ ਦੇ ਕੇ ਸ਼ਹੀਦ ਕਰ ਦੇਣਾ, ਤੇ ਭਾਵੇਂ ਸੂਲੀ ਤੇ ਚੜ੍ਹਨ ਦੇ ਉਹਨਾਂ ਦੇ ਵਾਸਤੇ ਫਤਵੇ ਜਾਰੀ ਹੋਏ, ਪਰ ਉਹ ਡੋਲੇ ਨਹੀਂ। ਗੁਰੂ ਨੇ ਭਗਤ ਸਦਨਾ ਜੀ ਦੀ ਪੈਜ ਰੱਖੀ, ਭਗਤ ਨਾਮਦੇਵ ਜੀ ਦੀ ਪੈਜ ਰੱਖਦੇ ਪਏ ਨੇ, ਭਗਤ ਕਬੀਰ ਸਾਹਿਬ ਜੀ ਦੀ ਬਾਂਹ ਫੜਦੇ ਪਏ ਨੇ, ਭਗਤ ਤਰੂ ਦੇ ਨਾਲ ਉਹ ਤੁਰਦੇ ਪਏ ਨੇ। ਤੇ ਉੱਥੇ ਮਹਾਰਾਜ ਕਹਿੰਦੇ ਜਦੋਂ ਤੂੰ ਵੀ ਗੁਰੂ ਕੇ ਚਰਨਾਂ 'ਚ ਅਰਦਾਸ ਕਰੇਗਾ ਨਾ, ਤੇਰੀ ਵੀ ਉਹ ਪੈਜ ਰੱਖਣਗੇ। ਤੇ ਇਹ ਬੇਨਤੀ ਅਸੀਂ ਤੀਸਰਾ ਬੰਦ ਅਰਦਾਸ ਦਾ ਪੜ੍ਹਦੇ ਹਾਂ ਜੀ। ਇਹ ਤੀਸਰਾ ਬੰਦ ਉਹਨਾਂ ਦਾ ਜਿਨ੍ਹਾਂ ਦੀ ਗੁਰੂ ਨੇ ਪੈਜ ਰੱਖੀ, ਜਿਹੜੇ ਸੱਚਮੁੱਚ ਗੁਰੂ ਕੇ ਘਰ 'ਚ ਪ੍ਰਵਾਨ ਹੋਏ ਤੇ ਕੋਈ ਡੋਲਿਆ ਨਹੀਂ। ਏਦਾਂ ਦਾ ਵੀ ਸਮਾਂ ਆਇਆ ਜਦੋਂ ਅਸੀਂ ਅਰਦਾਸ 'ਚ ਪੜ੍ਹਦੇ ਪਏ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਉਹਨਾਂ ਨੇ ਨਿਭਾਈ। ਏਦਾਂ ਦੇ ਵੀ ਸਮੇਂ ਬਹੁਤੀ ਦੂਰ ਨਾ ਜਾਈਏ, ਆ ਪਿਛਲੇ ਸਾਲਾਂ ਦੇ ਵਿੱਚ ਹੀ ਜੇ ਅਸੀਂ ਉਦਾਹਰਨਾਂ ਤੱਕ ਲਈਏ, ਏਦਾਂ ਦੇ ਗੁਰਸਿੱਖ ਵੀ ਹੋਏ ਜਿਨ੍ਹਾਂ ਦੇ ਪੱਟ ਚੀਰ ਕੇ ਉਹਨਾਂ 'ਚ ਲੂਣ ਭਰਿਆ ਗਿਆ, ਮਿਰਚਾਂ ਭਰੀਆਂ ਗਈਆਂ। ਔਰ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਐਸੇ ਮਰਜੀਵੜੇ ਵੀ ਹੋਏ ਜਿਨ੍ਹਾਂ ਨੂੰ ਪਿਆਰਿਓ ਜੀਪਾਂ ਦੇ ਨਾਲ ਬੰਨ ਕੇ 2 ਫਾੜ ਵੀ ਕੀਤਾ ਗਿਆ। ਏਦਾਂ ਦੇ ਵੀ ਹੋਏ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਸੀਖਾਂ ਦੇ ਕੇ ਅੱਖਾਂ ਕੱਢ ਦਿੱਤੀਆਂ, ਪਰ ਉਹ ਗੁਰਮੁਖ ਪਿਆਰਾ ਚੌਂਕੜਾ ਲਾ ਕੇ ਬੈਠਾ ਹੈ। ਉਹ ਪੁੱਛਦਾ, ਭਲਿਆ ਮੈਨੂੰ ਦੱਸ ਸਮਾਂ ਕੀ ਹੋਇਆ? ਉਹ ਕਹਿਣ ਲੱਗੇ, ਸਮਾਂ ਤੇ ਸ਼ਾਮ ਦਾ। ਕਹਿੰਦਾ, ਅੱਛਾ, ਅੱਖਾਂ ਤੋਂ ਦੇਖਦਾ ਨਹੀਂ ਪਿਆ, ਇੱਕ ਅੱਖ ਨਿਕਲੀ ਤੇ ਇੱਕ ਲਮਕਦੀ ਪਈ ਏ। ਤੇ ਉਹ ਚੌਂਕੜਾ ਲਾ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਕਿ ਹਰ ਜੁਗ ਜੁਗ ਭਗਤ ਉਪਾਇਆ। ਫਿਰ ਏਦਾਂ ਦਾ ਜਦੋਂ ਫਿਰ ਵੀ ਉਹਨਾਂ ਪਾਪੀਆਂ ਨੂੰ ਬਾਣੀ ਨਾ ਚੰਗੀ ਲੱਗੀ, ਉਸ ਗੁਰਮੁਖ ਦੀ ਜੀਭ ਵੀ ਕੱਟੀ ਗਈ, ਪਰ ਉਸ ਕੱਟੀ ਹੋਈ ਜੀਭ ਦੇ ਅੱਖਾਂ ਕੱਢ ਦਿੱਤੀਆਂ, ਸੀਖਾਂ ਦੇ ਨਾਲ ਛਿੱਲ ਦਿੱਤਾ ਗਿਆ, ਪਰ ਉਹ ਪਿਆਰੇ ਦੇ ਅੰਦਰੋਂ ਨਾਮ ਨੂੰ ਕੋਈ ਖੋ ਨਾ ਸਕਿਆ। ਐਸੇ ਗੁਰਮੁਖਾਂ ਦਾ ਫਿਰ ਅਸੀਂ ਧਿਆਨ ਕਰਕੇ ਬੋਲਦੇ ਹਾਂ ਜੀ, ਵਾਹਿਗੁਰੂ। ਇਹਨਾਂ ਦਾ ਗੁਰਮੁਖਾਂ ਦੇ ਨਾਲ ਸਾਨੂੰ ਰੱਬ ਚੇਤੇ ਆਉਂਦਾ ਹੈ। ਮਹਾਰਾਜ ਕਹਿੰਦੇ, ਉਸ ਪਰਮਾਤਮਾ ਤੋਂ ਮੈਂ ਬਲਿਹਾਰ ਜਾਣਾ, ਜਿਸ ਪਰਮਾਤਮਾ ਨੇ ਮੇਰੀ ਪੈਜ ਰੱਖ ਲਈ। ਸੰਪੂਰਨ ਸ਼ਬਦ ਦਾ ਤੱਤ ਭਾਵ ਇਹੀ ਹੈ ਪਿਆਰਿਓ, ਉਹ ਪਰਮਾਤਮਾ ਸਰਬ ਜੀਆਂ ਦਾ ਦਾਤਾ ਹੈ। ਉਸ ਦਾਤੇ ਦੇ ਕੋਲ ਕਿਸੇ ਚੀਜ਼ ਦੀ ਕੋਈ ਘਾਟ ਨਹੀਂ। ਜੇ ਕੋਈ ਉਹਦੇ ਕੋਲੋਂ ਨਾਮ ਦੀ ਦਾਤ ਮੰਗਦਾ, ਉਹ ਨਾਮ ਬਖਸ਼ਦਾ ਹੈ। ਜੋ ਕੋਈ ਵੀ ਉਹਦੇ ਚਰਨਾਂ 'ਚ ਅਰਦਾਸ ਕਰਦਾ, ਉਹ ਬਖਸ਼ਦਾ ਹੈ। ਪਰ ਉਹਦੇ ਘਰ ਦਾ ਇਹ ਬਿਰਧ ਹੈ, ਜਿਹੜਾ ਉਹਦੀ ਸ਼ਰਨ 'ਚ ਪੈ ਜਾਂਦਾ, ਉਹਨੂੰ ਕਦੇ ਦੁੱਖ ਨਹੀਂ ਦੇਖਣਾ ਪੈਂਦਾ। ਭਾਵੇਂ ਸਰੀਰ ਨੂੰ ਜਿੰਨੇ ਮਰਜ਼ੀ ਕਸ਼ਟ ਦਿੱਤੇ ਜਾਣ, ਪਰ ਉਹਦਾ ਅੰਦਰ ਡੋਲਦਾ ਨਹੀਂ, ਅੰਦਰ ਉਸੇ ਰਸ 'ਚ ਵਰਤਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਵੀ ਇਸ ਰਸ ਦੇ ਨਾਲ ਜੁੜ ਸਕੀਏ। ਪਰ ਆਰੰਭਤਾ ਹੋਵੇਗੀ ਪੀਵੋ ਪਵਲ ਖੰਡਿਤਾਰ, ਹੋਏ ਜਨਮ ਸੁਹੇਲਾ। ਅੰਮ੍ਰਿਤ ਦੀ ਦਾਤ ਲੈ ਕੇ ਅਸੀਂ ਇਸ ਰਸ ਵਾਲੇ ਪਾਸੇ ਨੂੰ ਤੁਰ ਸਕਦੇ ਹਾਂ। ਸੋ ਅੰਮ੍ਰਿਤ ਸੰਚਾਰ ਵੀ ਹੋਣਾ ਅੱਜ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ। ਸੋ ਜਿਨ੍ਹਾਂ ਗੁਰਮੁਖ ਪਿਆਰੇ ਨੇ ਅਜੇ ਤੀਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਪੰਜਾਂ ਸਿੰਘਾਂ ਪਾਸੋਂ, ਉਹਨਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ, ਭਾਈ ਇੰਨਾ ਸਮਾਂ ਸਰੀਰ ਦੇ ਵਿੱਚ ਰਹਿ ਲਿਆ, ਇੰਨਾ ਕੁਝ ਖਾਧਾ ਪੀਤਾ, ਕਦੇ ਮਨ ਨੂੰ ਲੱਗਾ ਹੋਵੇ ਕਿ ਵਾਕਈ ਆਹ ਜ਼ਿੰਦਗੀ ਤੇ ਬੜੀ ਵਧੀਆ, ਬਾਕੀਆਂ ਨਾਲੋਂ ਇਸ ਗੱਲੋਂ ਵੱਖਰੇ ਹੋ ਗਏ? ਨਹੀਂ, ਜੋ ਜਿੱਦਾਂ ਦਾ ਤੁਹਾਡਾ ਸਰੀਰ ਆ ਉਦਾਂ ਦਾ ਸਾਡਾ, ਪਰ ਸਤਿਗੁਰੂ ਕੇ ਘਰ ਦੇ ਵਿੱਚੋਂ ਬੇਮੁਖਤਾਈ ਦਾ ਟਿੱਕਾ ਲਗਾ ਕੇ ਨਾ ਤੁਰੀਏ। ਗੁਰੂ ਕੇ ਘਰ ਵਾਲੇ ਪਾਸੇ ਨੂੰ ਆਈਏ, ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੀਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ, ਸਮਾਂ ਤੇ ਭਾਵੇਂ ਹੋ ਚੁੱਕਾ ਹੈ, ਥੋੜਾ ਸਮਾਂ ਮਨ ਨੂੰ ਇਕਾਗਰ ਕਰੀਏ ਤਾਂ ਜੋ ਪੜਿਆ ਸੁਣਿਆ ਸਾਡੇ ਹਿਰਦੇ ਦੇ ਵਿੱਚ ਵਸ ਸਕੇ ਜੀ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰਮਤਿ ਵਿਚਾਰਾ ਕਰਦਿਆਂ ਬਾਣੀ ਦਾ ਉਚਾਰਨ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਜੀ। ਆਪ ਸੰਗਤ ਗੁਰੂ ਸਾਹਿਬ